सब तेरी कुदरत तू कादर करता, सब तेरी कुदरत तू कादर करता। पाकी नहीं पाक करता, पाकी नहीं पाक करता। सब तेरी कुदरत तू कादर करता, सब तेरी कुदरत तू कादर करता। Waheguru Ji Ka Khalsa, Waheguru Ji Ki Fateh. The Sikh Channel team are very pleased to be here in the home of Peter Digwa. We're joined by Gurmeet Kaur, his wife. Gurmeet, thank you for welcoming Sikh Channel. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜਿਹੜੇ ਤੁਸੀਂ ਸਾਰੇ ਆਏ ਹੈਗੇ ਵੋ ਤੇ ਪੰਜ ਪਿਆਰਿਆਂ ਦੇ ਦਰਸ਼ਨ ਅੱਜ ਹੋਣਗੇ ਹੈਗੇ ਵੇ ਤੇ ਅਸੀਂ ਬਹੁਤ ਖੁਸ਼ੀ ਹੈਗੀ ਹੈ ਜਿਹੜੀ ਤੁਸੀਂ ਆ ਰਹੇ ਹੈਗੇ ਤੇ ਸਾਰੀ ਸੰਗਤ ਆ ਰਹੀ ਹੈਗੀ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਇੱਥੇ ਕਾਫੀ ਤੁਹਾਡਾ ਸਾਰਾ ਪਰਿਵਾਰ ਵੀ ਪਹੁੰਚਿਆ ਹੈਗਾ, ਤੁਹਾਡੇ ਬੱਚੇ ਤੇ ਗਾਹਾਂ ਤੁਹਾਡੇ ਗ੍ਰੈਂਡ ਚਿਲਡਰਨ ਵੀ ਪਹੁੰਚੇ ਹੈਗੇ। ਪੀਟਰ ਇਟਸ ਅ ਲਵਲੀ ਐਟਮੋਸਫੀਅਰ, ਸਾਰਾ ਪਰਿਵਾਰ ਇੱਥੇ ਇਕੱਠਾ ਹੋਇਆ, ਦਸ ਆਲ ਫੈਮਿਲੀ ਐਂਡ ਫਰੈਂਡਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਗਏ ਸਾਂ ਸਮਾਗਮ ਉੱਤੇ ਮੈਨਚੈਸਟਰ ਜਿਹੜਾ ਨੌਰਥ ਦੇ ਵਿੱਚ ਸਮਾਗਮ ਸੀ ਐਂਡ ਉੱਥੋਂ 3 ਦਿਨ 2 ਅਗਸਤ 3 ਅਗਸਤ ਐਂਡ 4 ਅਗਸਤ ਦਾ ਸਮਾਗਮ ਸੀ। ਉਹਦੇ ਤੋਂ ਬਾਅਦ ਰਿਕੁਐਸਟ ਕੀਤੀ ਸੀ ਪੰਜ ਪਿਆਰਿਆਂ ਨੂੰ ਕਿ ਸਾਡੇ ਤੁਸੀਂ ਲੰਡਨ ਵੀ ਆਓ ਐਂਡ ਦਰਸ਼ਨ ਦਿਓ। ਗੁਰਦੁਆਰੇ ਦਾ ਵੀ ਅਰੇਂਜਮੈਂਟ ਕੀਤਾ ਸੀ ਉਹਨਾਂ ਨੂੰ ਆਉਣ ਵਾਸਤੇ। ਉਹ ਫਿਰ ਗੁਰਦੁਆਰੇ ਤੇ ਨਹੀਂ ਸਨ ਆ ਸਕਦੇ ਕਿਉਂਕਿ ਉਹਨਾਂ ਨੇ ਵਾਪਸ ਜਾਣਾ ਸੀ। ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਉਹਨਾਂ ਨੇ ਆਉਣਾ ਸੀ ਚਿਕਬਲ ਵੀ ਕਿਸੇ ਨੂੰ ਮਿਲਣ ਵਾਸਤੇ ਅਤੇ ਤੁਸੀਂ ਸਾਡੇ ਕੋਲ ਵੀ ਆਓ। ਉਹਨਾਂ ਨੇ ਕਿਹਾ ਜੇ ਟਾਈਮ ਹੋਵੇਗਾ ਤਾਂ ਅਸੀਂ ਜ਼ਰੂਰ ਆਵਾਂਗੇ। ਉਹ ਫਿਰ ਬਣ ਹੀ ਗਿਆ ਸੀ ਪ੍ਰੋਗਰਾਮ ਕਿ ਉਹਨਾਂ ਨੂੰ ਸਾਨੂੰ ਕਿਹਾ ਸੀ ਥੋੜ੍ਹਾ ਚਿਰ ਹੋਇਆ ਕਿ ਅਸੀਂ ਆਵਾਂਗੇ ਅਤੇ ਤੁਹਾਡੇ ਕੋਲੋਂ ਵੀ ਦਰਸ਼ਨ ਕਰਾਂਗੇ। ਉਹ ਜਿਹੜੇ ਮੈਨਚੈਸਟਰ ਵੀ ਤੁਹਾਡੀ ਟੀਮ ਆਈ ਸੀ ਉਹਨਾਂ ਨੂੰ ਵੀ ਕਹਿ ਦਿਓ ਕਿ ਅਸੀਂ ਤੁਹਾਡੇ ਨੂੰ ਜ਼ਰੂਰ ਮਿਲਾਂਗੇ। ਉਹ ਫਿਰ ਆਏ ਨੇ ਜਿਹੜੇ ਟੀਮ ਗਈ ਸੀ ਆਪਣੀ ਮੈਨਚੈਸਟਰ ਸਮਾਗਮ ਉੱਤੇ ਐਂਡ ਉਹ ਵੀ ਇੰਤਜ਼ਾਰ ਸਾਰੇ ਹੀ ਕਰਨੇ ਪਿਆ ਅਤੇ ਪੰਜ ਪਿਆਰੇ ਇਕੱਠੇ ਰਹਿਣਾ ਆਉਣਗੇ ਅਤੇ ਉਹਨਾਂ ਦੇ ਸਾਡੇ ਦਰਸ਼ਨ ਉਹਨਾਂ ਦੇ ਵੀ ਕਰਾਂਗੇ ਅਤੇ ਤੁਹਾਨੂੰ ਭਾਗ ਨੇ ਸਾਡੇ ਵੀ ਕਿ ਜਿਹੜੇ ਸਾਡੇ ਘਰ ਵੀ ਕੇਸਗੜ੍ਹ ਸਾਹਿਬ ਤੋਂ ਜਿਹੜੇ ਪੰਜ ਪਿਆਰੇ ਆਉਣਗੇ। ਸੋ ਰੀਅਲੀ ਵਾਹਿਗੁਰੂ ਦੀ ਕਿਰਪਾ ਹੈਗੀ ਕਿ ਜਿਹੜੇ ਉਹ ਆ ਲੱਗੇ ਨੇ। ਬਹੁਤ ਦਿਨ ਹੈਗੀ ਤੁਹਾਡੀ, ਤੁਸੀਂ ਸੇਵਾ ਨਾਲ ਜੁੜੇ ਹੈਗੇ ਵੀ ਤੁਹਾਡੇ ਘਰ ਦੇ ਵਿੱਚ ਚਾਨਣ ਪੈਣ ਪੰਜ ਪਿਆਰਿਆਂ ਦੇ ਐਂਡ ਤੁਹਾਡੇ ਕਾਫੀ ਖੁਸ਼ੀ ਦਾ ਮਾਹੌਲ ਹੈਗਾ। ਇੱਥੇ ਸਾਰਾ ਟੱਬਰ ਇਕੱਠਾ ਹੋਇਆ, ਕਮਿਊਨਿਟੀ ਵਿੱਚ ਕਾਫੀ ਮੈਂਬਰ ਵੀ ਆਏ ਹੈਗੇ, ਇਸ ਕਰਕੇ ਬਹੁਤ ਖੁਸ਼ੀ ਦਾ ਮੌਕਾ ਹੈਗਾ। ਇਹਦੇ ਬਿਲਕੁਲ ਐਕਚੁਅਲੀ ਸੱਚੀ ਗੱਲ ਹੈ। ਵਾਕਈ ਅਸੀਂ ਸਾਡੇ ਤੁਹਾਨੂੰ ਭਾਗ ਨੇ ਕਿ ਜਿਹੜੇ ਸਾਰੇ ਇਕੱਠੇ ਹੋ ਗਏ ਨੇ ਕਿਉਂਕਿ ਲਾਸਟ ਮਿੰਟ ਦੇ ਵਿੱਚ ਸਾਰਿਆਂ ਨੂੰ ਇਕੱਠਾ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਪਰ ਸਾਰਿਆਂ ਨੂੰ ਜਿਹਨਾਂ ਨੂੰ ਕਿਹਾ ਸੀ ਰਿਕੁਐਸਟ ਕੀਤੀ ਸੀ ਕਿ ਉਹ ਥੋੜ੍ਹਾ ਟਾਈਮ ਹੀ ਰਹਿਣਗੇ ਅਤੇ ਉਹਨਾਂ ਨੇ ਫਿਰ ਚਲਾ ਜਾਣਾ ਅਤੇ ਉਮੀਦ ਹੈਗੀ ਕਿ ਬਸ ਉਹ ਆਉਣ ਵਾਲੇ ਹੈਗੇ ਨੇ। ਬਹੁਤ ਬਹੁਤ ਧੰਨਵਾਦ ਜੀ। ਇੱਥੇ ਤੁਹਾਡੇ ਪਰਿਵਾਰ ਦੇ ਮੈਂਬਰ ਕਾਫੀ ਹੈਗੇ ਸੇਵਾ ਕਰਦੇ। How do you feel, Benji, about your father's seva, Peter Digwa, who we know very well through Sikh Channel? He serves the community, he's been serving the community for many years through Sikh Channel and the local Gurdwara. Well, I'm glad Dad's got everybody together to come and just join in having the Panj Pyare here. It's a privilege to have them, an honour to have them at our home, and we're just making some langar and hopefully just bring all the community and the family together. Yeah. Thank you very much. Thank you, Benji. सब तेरी कुदरत तू कादर करता, सब तेरी कुदरत तू कादर करता। पाकी नाई पाक करता, पाकी नाई पाक करता। सब तेरी कुदरत तू कादर करता, सब तेरी कुदरत तू कादर करता। सब तेरी कुदरत तू कादर करता, सब तेरी कुदरत तू कादर
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮਹਿੰਦਰ ਸਿੰਘ ਰਠੌੜ, ਭਾਰਤ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਯੂਕੇ ਵੱਲੋਂ ਪੰਜਾਂ ਸਿੰਘਾਂ ਸਾਹਿਬਾਨਾਂ ਦੇ ਆਓ ਭਗਤ ਵਾਸਤੇ ਇੱਥੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਹੈ। ਜਿਹੜੇ ਭਾਰਤ ਭਰ ਦੇ ਨੁਮਾਇੰਦੇ ਤੋਂ ਇਲਾਵਾ ਹੋਰ ਹੀ ਮੇਰੇ ਵੀਰ ਇੱਥੇ ਭੈਣਾਂ ਆਈਆਂ ਹੋਈਆਂ ਹਨ, ਜਿਨ੍ਹਾਂ ਦਾ ਇੰਟਰੋਡਕਸ਼ਨ ਮੈਂ ਕਰਾਵਾਂਗਾ। ਅਸੀਂ ਆਇਆਂ ਪੰਜ ਸਿੰਘ ਸਾਹਿਬਾਂ ਨੂੰ ਜੀ ਆਇਆਂ ਵੀ ਕਹਿਣਾ ਹੈ ਅਤੇ ਸਾਰਿਆਂ ਵੱਲੋਂ ਉਹਨਾਂ ਨੂੰ ਸਤਿਕਾਰ ਵੀ ਦੇਣਾ ਹੈ। ਮੈਂ ਇੱਕ ਨੂੰ ਬੇਨਤੀ ਕਰਾਂਗਾ ਵੀ ਆਪਣਾ ਨਾਂ ਅਤੇ ਆਪਣਾ ਇੰਟਰੋਡਕਸ਼ਨ ਕਰਨ। ਪਹਿਲਾਂ ਮੈਂ ਸਰਦਾਰ ਅਮਰਜੀਤ ਸਿੰਘ ਜੀ ਲਾਡ, ਇਹ ਸਾਡੇ ਪਹਿਲਾਂ ਮੇਅਰ ਵੀ ਰਹਿ ਚੁੱਕੇ ਹਨ ਅਤੇ ਇਹ ਆਪਣਾ ਇੰਟਰੋਡਕਸ਼ਨ ਆਪ ਹੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਲਾੜ ਦਾਸ ਇੱਥੇ ਪਹੁੰਚਿਆ ਹੈਗਾ ਕਿ ਪੰਜ ਪਿਆਰਾ ਸਾਹਿਬਾਨਾਂ ਦੀ ਆਓ ਭਗਤ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਅਮਰਜੀਤ ਸਿੰਘ ਜੀ। ਹੁਣ ਬੀਬੀ ਰਜਿੰਦਰ ਕੌਰ ਲਾਡ ਨੂੰ ਮੈਂ ਬੇਨਤੀ ਕਰਾਂਗਾ ਉਹ ਆਪਣੇ ਵਿਚਾਰ ਦੁਆਰਾ ਆਪਣੇ ਵਿਚਾਰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਰਤ ਸਿੱਖ ਆਰਗੇਨਾਈਜੇਸ਼ਨ ਵੱਲੋਂ ਆਏ ਆਪਣੇ ਸਿੰਘਾਂ ਸਾਹਿਬਾਂ ਦਾ ਔਰ ਸਾਰਿਆਂ ਦੇ ਹੀ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਉਹਨਾਂ ਦਾ ਵੈਲਕਮ ਕਰਦੇ ਹਾਂ ਆਪਣੇ ਸਾਰੇ ਵੈਲਫੇਅਰ ਵੱਲੋਂ ਔਰ ਆਪਣੇ ਉਹਨਾਂ ਨੂੰ ਬਹੁਤ ਬਹੁਤ ਸਤਿਕਾਰ ਸਹਿਤ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੀਬੀ ਜੀ। ਤਾਂ ਮੈਂ ਸਰਦਾਰ ਦਲੇਰ ਸਿੰਘ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਦਾਸ ਦਲੇਰ ਸਿੰਘ ਰਠੌੜ, ਗੁਰਦੁਆਰਾ ਸਿੱਖ ਸੰਗਤ ਦਾ ਸੇਵਾਦਾਰ ਅਤੇ ਆਏ ਹੋਏ ਜਿਹੜੇ ਪੰਜ ਸਾਹਿਬਾਨ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ। ਹੁਣ ਮੈਂ ਸਰਦਾਰ ਪ੍ਰਿਤਪਾਲ ਸਿੰਘ ਜੀ ਲੋਹੀਆ, ਜਿਹੜੇ ਸਾਰੇ ਗੁਰਦੁਆਰਾ ਦੇ ਟਰੱਸਟੀ ਵੀ ਹਨ, ਉਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪ੍ਰਿਤਪਾਲ ਸਿੰਘ ਲੋਹੀਆ, ਸਿੱਖ ਸੰਗਤ ਹਾਰਡਲੀ ਗਰੁੱਪ ਗੁਰਦੁਆਰੇ ਦੇ ਸੇਵਾਦਾਰ। ਦਾਸ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਸਾਰੇ ਕੁਛ ਨਿਮਾਂਦੇ ਸਾਡੇ ਭਾਰਤ ਬਰਾਦਰੀ ਦੇ ਅਤੇ ਹੋਰ ਵੀ ਸਾਡੇ ਕੁਛ ਨਿਮਾਂਦੇ ਇਕੱਠੇ ਹੋ ਕੇ ਅਸੀਂ ਆਪ ਭਗਤ ਕਰਨ ਵਾਸਤੇ ਪੰਜ ਪਿਆਰੇ ਜੋ ਇੰਡੀਆ ਤੋਂ ਆਏ ਹੋਏ ਹਨ ਉਹਨਾਂ ਦੇ ਵਾਸਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ। ਜਦੋਂ ਆਉਣਗੇ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਪ੍ਰਤਾਪ ਸਿੰਘ ਜੀ ਭਾਕੜ, ਜਿਹੜੇ ਇੰਡੀਆ ਦੇ ਵਿੱਚ ਐਡਵੋਕੇਟ ਵੀ ਹਨ, ਉਹ ਆਪਣੇ ਵਿਚਾਰਾਂ ਦਾ ਆਪ ਜੀ ਨੂੰ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰਤਾਪ ਸਿੰਘ ਭਾਕੜ, ਇੰਡੀਆ ਲੁਧਿਆਣਾ ਪੰਜਾਬ ਤੋਂ। ਮੈਂ ਉੱਥੇ ਪ੍ਰੈਕਟਿਸ ਕਰਨ ਐਜ਼ ਏ ਐਡਵੋਕੇਟ। ਸੋ ਅੱਜ ਸਰਦਾਰ ਵਲੈਤੀ ਸਿੰਘਾਂ ਦੇ ਘਰ ਪੰਜ ਪਿਆਰੇ ਆ ਰਹੇ ਹਨ, ਜਿਹਨਾਂ ਅਸੀਂ ਵੈਲਕਮ ਕਰਨ ਵਾਸਤੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਪ੍ਰਤਾਪ ਸਿੰਘ ਜੀ ਭਾਕੜ, ਗੁਰਮੇਲ ਸਿੰਘ ਜੀ ਭਾਕੜ, ਜਿਹੜੇ ਪੰਜਾਬ ਤੋਂ ਆਏ ਹੋਏ ਹਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੇਲ ਸਿੰਘ ਭਾਕੜ, ਅੱਜ ਸੁਭਾਗਾ ਸਮਾਂ ਆਇਆ ਹੈ ਕਿ ਇੰਡੀਆ ਤੋਂ ਜੋ ਮਹਾਨ ਤਖਤ ਤੋਂ ਪੰਜ ਪਿਆਰੇ ਸਾਹਿਬ ਆਏ ਨੇ, ਉਹਨਾਂ ਦੇ ਸਵਾਗਤ ਵਾਸਤੇ, ਉਹਨਾਂ ਦੀ ਆਓ ਭਗਤ ਵਾਸਤੇ ਸਾਧ ਸੰਗਤਾਂ ਨਾਲ ਰਲ ਕੇ ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਪਾਤਸ਼ਾਹ ਇਸੇ ਤਰ੍ਹਾਂ ਇਹੋ ਜਿਹਾ ਸਮਾਂ ਆਉਂਦਾ ਰਹੇ ਔਰ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਮਿਲਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਮੋਹਨ ਸਿੰਘ ਜੀ, ਜਿਹੜੇ ਸਿੰਘ ਸਭਾ ਗੁਰਦੁਆਰਾ ਨੌਸੀਸ ਦੇ ਪ੍ਰਧਾਨ ਹਨ ਅਤੇ ਟਰੱਸਟੀ ਵੀ ਹਨ, ਉਹ ਆਪਣੇ ਵਿਚਾਰ ਆਪ ਜੀ ਦੇ ਸਾਹਮਣੇ ਪ੍ਰਗਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਹਿੰਦਰ ਸਿੰਘ ਰਠੌੜ ਉਹਨਾਂ ਨੇ ਮੇਰਾ ਇੰਟਰੋਡਕਸ਼ਨ ਤਾਂ ਕਰ ਹੀ ਦਿੱਤਾ ਹੈ ਅਤੇ ਇਹ ਬਹੁਤ ਅੱਜ ਸੁਭਾਗਾ ਦਿਨ ਹੈ ਸਾਡੇ ਵਾਸਤੇ, ਕਿਉਂਕਿ ਸਰਦਾਰ ਵਲੈਤੀ ਸਿੰਘ ਇਸ ਦੇ ਪਰਿਵਾਰ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ, ਜਿਹਦੇ ਨਾਲ ਸਿਰਫ ਪੰਜ ਸਾਹਿਬਾਨ ਜਿਹੜੇ ਪੰਜ ਪਿਆਰੇ ਹਨ ਉਹ ਹੀ ਨਹੀਂ ਇੱਥੇ ਆ ਰਹੇ, ਮਗਰ ਬਾਕੀ ਹੋਰ ਸਾਡੇ ਵੀਰ ਜਿਨ੍ਹਾਂ ਦਾ ਤੁਸੀਂ ਦੇਖੋਗੇ ਹੈਗੇ, ਉਹਨਾਂ ਦੇ ਨਾਲ ਵੀ ਮੇਲ ਮਿਲਾਪ ਕਰਨ ਦਾ ਅਤੇ ਉਹਨਾਂ ਦੇ ਨਾਲ ਇਸ ਖੁਸ਼ੀ ਦੇ ਸਮੇਂ ਦੇ ਵਿੱਚ ਸਾਂਝ ਪਾਉਣ ਦਾ ਸਾਨੂੰ ਮੌਕਾ ਮਿਲਿਆ ਹੈ। ਵਾਹਿਗੁਰੂ ਅਰਦਾਸ ਇਹੋ ਹੀ ਕਰਦਾ ਹੈ ਕਿ ਵੀ ਆਪਣੇ ਸਾਡੇ ਵਲੈਤੀ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਜਿਹੜੇ ਸਬਾਨ ਸਾਹਿਬ ਆ ਰਹੇ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਵਾਂ ਅਤੇ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕਾਰਨਾਮੇ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਜੀ ਦਿਗਵਾ ਆਪਣੇ ਵਿਚਾਰ ਆਪ ਜੀ ਦੇ ਨਾਲ ਪ੍ਰਗਟ ਕਰਨਗੇ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਵੀਰ ਉਹਨਾਂ ਦਾ ਧੰਨਵਾਦ ਕਰਦਾ ਬਈ ਜੇ ਤੁਸੀਂ ਆਏ ਹੋ ਪੰਜ ਪਿਆਰੇ ਦੇ ਦਰਸ਼ਨ ਕਰਨ ਲਈ, ਔਰ ਸਾਰੇ ਦਾ ਥੈਂਕ ਯੂ ਵੈਰੀ ਮੱਚ। ਸਰਦਾਰ ਸਰਲੋਕ ਸਿੰਘ ਜੀ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰਾਂ ਦੁਆਰਾ ਸੰਗਤਾਂ ਨੂੰ ਦੱਸਣ
ਇਹਨਾਂ ਦੇ ਕੀ ਵਿਚਾਰ ਹਨ ਪੰਜ ਪਿਆਰਿਆਂ ਬਾਬਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। It's an honor to be here and it's an honor to be in my brother's house, Blessy Singh and his family, and it'll be an honor to see the Panj Pyare, and I wish everybody happiness, ਤੁਹਾਡੀ ਮੁਰਾਦਾਂ ਪੂਰੀਆਂ ਹੋਣ, and may God bless all of us, and from Manchester with love. God bless you all. Thank you. ਸਰਦਾਰ ਗੁਰਪ੍ਰੀਤ ਸਿੰਘ ਜੀ ਪਾਕੜ ਜਿਹੜੇ ਗੁਰਦੁਆਰਾ ਸਿੱਖ ਸੰਗਤ ਹਾਲੀ ਗਰੋਥ ਦੇ ਟਰਸਟੀ ਜੀ ਹਨ ਔਰ ਬਹੁਤ ਸਾਰੀਆਂ ਸੇਵਾਵਾਂ ਉੱਥੇ ਨਿਭਾਉਂਦੇ ਰਹੇ ਹਨ, ਉਹ ਆਪਣੇ ਨਾਲ ਆਪ ਜੀ ਦੇ ਵਿਚਾਰ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਜੋ ਇੰਟਰੋਡਕਸ਼ਨ ਹੈ ਸਾਡੇ ਸਤਿਕਾਰਯੋਗ ਮਹਾਨ ਲੀਡਰ ਸਰਦਾਰ ਮਹਿੰਦਰ ਸਿੰਘ ਰਠੌੜ ਨੇ ਦੇ ਦਿੱਤੀ ਹੈ। ਦਾਸ ਨਿਮਾਣਾ ਜਾਂ ਸੇਵਾਦਾਰ ਗੁਰਦੁਆਰਾ ਸਿੱਖ ਸੰਗਤ ਹਾਰਲੀ ਗਰੋਵ ਦਾ ਹੈ। ਬਹੁਤ ਹੀ ਸੁਭਾਗਾ ਸਮਾਂ ਜੋ ਸਾਡੇ ਸਤਿਕਾਰਯੋਗ ਮਾਨਯੋਗ ਸਾਬਕਾ ਟਰਸਟੀ ਹਾਰਲੀ ਗਰੋਵ ਗੁਰਦੁਆਰਾ ਸਾਹਿਬ ਦੇ ਸਰਦਾਰ ਵਲੈਤੀ ਸਿੰਘ ਉਹਨਾਂ ਨੇ ਪੰਜ ਪਿਆਰਿਆਂ ਦਾ ਆ ਭਗਤ, ਇਹ ਪੰਜ ਪਿਆਰੇ ਉਸ ਧਰਤੀ ਤੋਂ ਆਏ ਹਨ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉੱਥੇ ਪੰਜ ਪਿਆਰਿਆਂ ਦੀ ਖਾਲਸਾ ਪੰਥ ਦਾ ਜੋ ਹੈ ਸਾਜਨਾ ਹੋਈ ਸੀ, ਉਸ ਤੱਕ ਤੋਂ ਇਹ ਪੰਜ ਪਿਆਰੇ ਆ ਰਹੇ ਹਨ। ਕਹਿੰਦੇ ਨੇ ਜਦੋਂ ਇੱਕ ਸਿੱਖ ਦੂਜੇ ਦੋ ਸੰਗਤ ਸਿੰਘ ਕਿਸੇ ਦੇ ਘਰ ਚਲ ਜਾਂਦੇ ਉੱਥੇ ਸੰਗਤ ਹੁੰਦੀ ਹੈ, ਅਤੇ ਜਿੱਥੇ ਪੰਜ ਪਿਆਰੇ ਉਸ ਤਖਤ ਤੋਂ ਚੱਲ ਕੇ ਆ ਰਹੇ ਹਨ ਸਾਡੇ ਵੀਰ ਦੇ ਗ੍ਰਹਿ ਵਿਖੇ ਵਲੈਤੀ ਸਿੰਘ, ਉੱਥੇ ਪੰਜਾਂ 'ਚ ਪਰਮੇਸ਼ਰ ਹੁੰਦਾ ਹੈ। ਸੋ ਅੱਜ ਪਰਮੇਸ਼ਰ ਰੂਪ 'ਚ ਉਹ ਸਾਡੇ ਗ੍ਰਹਿ ਵਿਖੇ ਆ ਰਹੇ ਹਨ। ਸੋ ਸਿੱਖ ਕੌਮ ਦੇ ਵਿੱਚ ਜੋ ਪੰਜ ਪਿਆਰਿਆਂ ਦੀ ਮਹੱਤਤਾ ਹੈ ਬਹੁਤ ਹੀ ਸਰਵਉੱਚਤਾ ਹੈ। ਸੋ ਉਹਨਾਂ ਦੇ ਸਤਿਕਾਰ ਵਾਸਤੇ ਸਾਡੀ ਇਹ ਸਾਰੀ ਪਾਠ ਦੀ ਸੰਗਤ, ਨਿਮਾਣੀ ਜੀ ਸੰਗਤ ਉਹਨਾਂ ਦਾ ਆਓ ਭਗਤ ਲਈ ਬੈਠੀ ਹੈ। ਸੋ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਸਤਪਾਲ ਸਿੰਘ ਜੀ ਨੂੰ ਉਹ ਆਪਣੇ ਵਿਚਾਰਾਂ ਦੁਆਰਾ ਸੰਗਤ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। As my Chacha ji said, it's an honour and a privilege to welcome the Panj Pyare here today. May God bless everybody and enjoy. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂਗਾ ਸਰਦਾਰ ਜਵਾਲਾ ਸਿੰਘ ਜੀ ਭਾਕੜ ਉਹ ਆਪਣੇ ਵਿਚਾਰਾਂ ਦੁਆਰਾ ਸੰਗਤ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Just want to say we're all here today to welcome the Panj Pyare to our home. It's very nice to see everybody here today. It's an honour to be here, and it's an honour to welcome the Panj Pyare as well. So ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਕਿਰਪਾਨ ਸਿੰਘ ਜੀ, ਨਾਂ ਜਿਹੜਾ ਨਾ ਬਹੁਤ ਹੀ ਵਧੀਆ, ਮੈਂ ਬੇਨਤੀ ਕਰਾਂਗਾ ਵੀ ਆਪਣੇ ਵਿਚਾਰਾਂ ਦੁਆਰਾ ਸੰਗਤ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। It's a true blessing to have the Panj Pyare come to see us today, and it's something that everybody should cherish. Whether it's a blessing from the Panj Pyare or your elders, it's something that you should always be cherishing. I'd like to thank everybody for attending the Harley Grove Gurdwara Committee, friends and family, and everybody that's made an effort to come here to this lovely ostentatious event. Vaheguru Ji Ka Khalsa, Vaheguru Ji Ki Fateh. ਧੰਨਵਾਦ ਹੈ। ਮੈਂ ਅਖੀਰ ਦੇ ਵਿੱਚ ਸਰਦਾਰ ਵਲੈਤੀ ਸਿੰਘ ਜੀ ਦਿਗਵਾ ਜਿਨ੍ਹਾਂ ਨੇ ਸਾਰੇ ਪਰਿਵਾਰ ਨੇ ਹੀ ਬੜੀ ਮਿਹਨਤ ਕਰਕੇ ਲੰਗਰ ਪਾਣੀ ਵੀ ਤਿਆਰ ਕੀਤਾ ਹੈ ਅਤੇ ਪੰਜ ਪਿਆਰਿਆਂ ਨੂੰ ਜੀ ਆਇਆਂ ਵੀ ਕਹਿਣਾ ਹੈ। ਮੈਂ ਜਿੱਥੇ ਸਰਦਾਰ ਵਲੈਤੀ ਸਿੰਘ ਦਾ ਧੰਨਵਾਦ ਕਰਦਾ ਹਾਂ, ਉੱਥੇ ਪੰਜਾਂ ਪਿਆਰਿਆਂ ਦਾ ਨੂੰ ਜੀ ਆਇਆਂ ਵੀ ਕਹਿੰਦਾ ਹਾਂ ਅਤੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨਾ ਐਫਰਟ ਪਾ ਰਹੇ ਹਨ। ਜਿੱਥੇ ਮੈਂ ਭਾਈ ਸਾਹਿਬ ਦਾ ਧੰਨਵਾਦ ਕਰਨਾ ਹਾਂ, ਉੱਥੇ ਮੈਂ ਸਿੱਖ ਚੈਨਲ ਦਾ ਵੀ ਬਹੁਤ ਧੰਨਵਾਦ ਕਰਨਾ ਹਾਂ। ਇਹ ਸਿੱਖ ਚੈਨਲ ਪਹਿਲਾ ਚੈਨਲ ਹੈ ਜਿਨ੍ਹਾਂ ਨੇ ਪਹਿਲਾਂ ਇੰਗਲੈਂਡ ਦੇ ਵਿੱਚ ਇਹ ਪਰੰਪਰਾ ਚਲਾ ਕੇ ਇਹ ਸਿੱਖ ਪੰਥ ਨੂੰ ਇੱਕ ਨਵੀਂ ਦੇਣ ਦਿੱਤੀ ਸੀ, ਤਾਂ ਕਿ ਸਿੱਖ ਪੰਥ ਦੇ ਵਿੱਚ ਜਿਹੜੀਆਂ ਉਨਤਾਈਆਂ ਜਾਂ ਇਹੋ ਜਿਹੇ ਕੰਮ ਹੁੰਦੇ ਹਨ ਉਹ ਸੰਗਤਾਂ ਤੱਕ ਪਹੁੰਚਾਏ ਜਾਣ। ਇਸ ਕਰਕੇ ਮੈਂ ਭਾਈ ਸਾਹਿਬ ਦਵਿੰਦਰ ਸਿੰਘ ਜੀ ਜਿਹੜੇ ਸਾਡੇ ਕੋਲ ਨਾਲ ਹਨ ਸਾਡੇ ਵੱਲ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਮੈਂ ਬੇਨਤੀ ਕਰਾਂਗਾ ਵਲੈਤੀ ਸਿੰਘ ਜੀ ਨੂੰ ਆਪਣੇ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਮੈਂ ਧੰਨਵਾਦ ਹਾਂ ਕਿ ਜਿਹੜਾ ਤੁਸੀਂ ਬਹੁਤ ਹੀ ਸ਼ੋਰਟ ਟਾਈਮ ਦੇ ਵਿੱਚ ਤੁਸੀਂ ਇੱਥੇ ਮੇਰੇ ਗ੍ਰਹਿ ਵਿਖੇ ਤੁਸੀਂ ਅੱਜ ਆਏ ਹੋ, ਕਿਉਂਕਿ ਅਸੀਂ ਸਮਾਗਮ ਉੱਤੇ ਗਏ ਸਾਂ ਮੈਨਚੈਸਟਰ ਅਤੇ 3 ਦਿਨਾਂ ਦਾ ਸਮਾਗਮ ਸੀ ਅਤੇ ਉਹ ਬੇਨਤੀ ਕੀਤੀ ਸੀ ਪੰਜ ਪਿਆਰਿਆਂ ਨੂੰ ਕਿ ਤੁਸੀਂ ਲੰਡਨ ਆਓ, ਅਤੇ ਉਹਨਾਂ ਨੇ ਆਉਣਾ ਸੀ ਲੰਡਨ ਅਤੇ ਪ੍ਰੋਗਰਾਮ ਕੀਤਾ ਹੈਗਾ ਸੀ ਕਿ ਆਪਣੇ ਗੁਰਦੁਆਰੇ ਵਿੱਚ ਆਉਣ ਵਾਸਤੇ। ਫਿਰ ਉਹ ਪਤਾ ਲੱਗਾ ਸੀ ਕਿ ਉਹਨਾਂ ਕੋਲ ਟਾਈਮ ਨਹੀਂ ਹੈਗਾ
ਗੁਰਦੁਆਰੇ 'ਚ ਆਉਣ ਵਾਸਤੇ, ਤੇ ਉਹਨਾਂ ਨੇ ਕਿਹਾ ਕਿ ਅਸੀਂ ਬੇਨਤੀ ਕੀਤੀ ਕਿ ਚਲੋ ਤੁਸੀਂ ਜ਼ਰੂਰ ਆਓਗੇ ਲੰਡਨ, ਤੇ ਸਾਨੂੰ ਮਿਲਿਓ। ਫਿਰ ਉਹਨਾਂ ਨੇ ਆਉਣਾ ਸੀ ਕਿਸੇ ਨੂੰ ਮਿਲਣ ਵਾਸਤੇ ਇੱਥੇ ਲੰਡਨ, ਤੇ ਉਹ ਫਿਰ ਉਹਨਾਂ ਨੇ ਕਿਹਾ ਵਾ ਕਿ ਅਸੀਂ ਆਵਾਂਗੇ ਵਲੈਤੀ ਸਿੰਘ ਤੁਹਾਡੇ ਵੱਲ ਦਰਸ਼ਨ ਕਰਨ ਵਾਸਤੇ ਥੋੜ੍ਹੇ ਟਾਈਮ ਵਾਸਤੇ। ਤੇ ਅਸੀਂ ਆਖਿਆ ਸਤਬਚਨ ਜੀ ਤੁਸੀਂ ਜਦੋਂ ਆਓਗੇ ਤੁਸੀਂ ਵੈਲਕਮ ਹੋ। ਉਹ ਫਿਰ ਉਹ ਥੋੜ੍ਹੇ ਟਾਈਮ ਨੂੰ ਆਉਣ ਵਾਲੇ ਨੇ, ਔਰ ਮੈਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਆ ਕਿ ਜਰਾ ਤੁਸੀਂ ਆਪਣੇ ਸ਼ੋਅ ਟਾਈਮ ਉੱਤੇ ਤੁਸੀਂ ਆਏ ਹੋ। ਔਰ ਮੈਂ ਧੰਨਵਾਦ ਆ ਸਿੱਖ ਚੈਨਲ ਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ, ਮੇਰੇ ਹੱਥ ਸਿਰਫ 3 ਕੁ ਘੰਟੇ ਹੋਏ ਸਨ ਕਿ ਉਹਨਾਂ ਨੇ ਆਉਣਾ, ਤੇ ਆਪਣਾ ਦਵਿੰਦਰ ਸਿੰਘ ਬਾਲ ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਕੋਲ ਕੈਮਰਿਆਂ ਵਾਲੇ ਦੀ ਵੀ ਸ਼ੋਰਟੇਜ ਹੈਗੀ ਹੈ, ਤੇ ਸਾਡੇ ਵਾਸਤੇ ਡਿਫਿਕਲਟ ਹੈਗਾ, ਪਰ ਅਸੀਂ ਜ਼ਰੂਰ ਉੱਥੇ ਆਵਾਂਗੇ, ਨਾਲੇ 5 ਪਿਆਰਿਆਂ ਦੇ ਦਰਸ਼ਨ ਕਰਾਂਗੇ, ਤੇ ਅਸੀਂ ਜ਼ਰੂਰ ਆਵਾਂਗੇ। ਤੇ ਮੈਂ ਉਹਨਾਂ ਦਾ ਵੀ ਬਹੁਤ ਹੀ ਧੰਨਵਾਦ ਆ ਸਿੱਖ ਚੈਨਲ ਦਾ, ਦਵਿੰਦਰ ਬਾਲ ਉਹਨਾਂ ਦਾ, ਔਰ ਉਹਨਾਂ ਦੇ ਕੈਮਰੇ ਵਾਲਾ ਵੀ ਜਿਹੜਾ ਵੈਰੀ ਸ਼ੋਰਟ ਨੋਟਿਸ ਵਿੱਚ ਉਹ ਲੈ ਕੇ ਆਏ ਨੇ। ਤੇ ਵਾਹਿਗੁਰੂ ਦੀ ਕਿਰਪਾ ਹੈਗੀ ਕਿ ਸਾਡੇ ਵੀ ਗ੍ਰਹਿ ਵੇਖੇ ਕਿ ਜਿਹੜੇ 5 ਪਿਆਰੇ ਆ ਲੱਗੇ ਨੇ ਅੱਜ, ਐਂਡ ਸਾਨੂੰ ਸੱਚੀ ਗੱਲ ਬਹੁਤ ਹੀ ਖੁਸ਼ੀ ਹੈਗੀ ਕਿ ਜਿਹੜੇ ਉਹ ਵੀ ਆਉਣਗੇ, ਔਰ ਜਿਹੜੀ ਸੰਗਤਾਂ ਵੀ ਸਾਡੇ ਘਰ ਆਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜਿੱਥੇ ਬਲ ਸਾਹਿਬ ਦਾ ਧੰਨਵਾਦ ਹੈ, ਉੱਥੇ ਮੈਂ ਆਏ ਸਾਰੇ ਵੀਰਾਂ ਦਾ, ਭੈਣਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਉਚੇਚੇ ਤੌਰ ਦੇ ਉੱਤੇ ਸ਼ੋਅ ਟਾਈਮ ਦੇ ਉੱਤੇ ਆਪਣਾ ਟਾਈਮ ਕੱਢ ਕੇ ਸਾਰੇ ਇਕੱਠੇ ਹੋਏ ਹਨ, ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਸੰਗਤ ਰੂਪ ਦੇ ਵਿੱਚ 5 ਪਿਆਰਿਆਂ ਸਾਹਿਬਾਨਾਂ ਦਾ ਆਇਆਂ ਦਾ ਆਦਰ ਮਾਣ ਕਰ ਸਕੀਏ। ਧੰਨਵਾਦ ਹੈ ਬਲ ਸਾਹਿਬ ਦਾ, ਸਿੱਖ ਚੈਨਲ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਕਰ ਬਾਬਾ ਗਾਵੀਏ। ਸਾਰੇ 5 ਪਿਆਰੇ ਸਾਹਿਬਾਨ ਉਹ ਹੌਲੀ ਹੌਲੀ ਸੰਗਤ ਦੇ ਰੂਬਰੂ ਹੋ ਰਹੇ ਹਨ, ਸੋ ਸਾਰੀ ਸੰਗਤ ਵੱਲੋਂ 5 ਪਿਆਰੇ ਸਾਹਿਬਾਨਾਂ ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਸਾਰਿਆਂ ਨੂੰ ਜੀ। ਸੰਗਤ ਵੱਲੋਂ ਅਸੀਂ ਤੁਹਾਡਾ ਬਹੁਤ ਹੀ ਆਦਰ ਮਾਣ ਕਰਦੇ ਹਾਂ। ਧੰਨ ਭਾਗ ਸਾਡੇ ਜਿਹੜੇ ਤੁਸੀਂ ਇੱਥੇ ਆਏ ਹੋ, ਤੇ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਆਓ ਅੰਦਰ ਚਲੀਏ। ਆ ਵਾਹਿਗੁਰੂ ਜੀ ਕੀ ਫਤਿਹ। ਦੰਗਰ ਬਾਬਾ ਵਜਨ ਤਾਰ ਮੇਰੇ ਦੰਗਰ ਬਾਬਾ, ਕਰ ਕਰ ਬਾਬਾ ਗਾਵੀਏ, ਕਰ ਕਰ ਬਾਬਾ ਗਾਵੀਏ, ਕਰ ਕਰ ਬਾਬਾ ਗਾਵੀਏ, ਕਰ ਕਰ ਬਾਬਾ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ 5 ਸਿੰਘ 5 ਪਿਆਰਿਆਂ ਦੇ ਰੂਪ ਚ ਹੋ ਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਗਲੈਂਡ ਦੀ ਧਰਤੀ ਤੇ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਪਹੁੰਚੇ। ਅੰਮ੍ਰਿਤ ਸੰਚਾਰ ਦੀ ਸੰਪੂਰਨਤਾਈ ਤੋਂ ਉਪਰੰਤ ਸਤਿਗੁਰੂ ਜੀ ਉਹ ਆਪ ਜੀਆਂ ਦੀਆਂ ਗੁਰਸਿੱਖ ਸੰਗਤਾਂ ਸਿੰਘਾਂ ਨੂੰ ਸਤਿਕਾਰ ਦੇ ਰਹੀਆਂ ਨੇ। ਮਹਾਰਾਜ ਆਪ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਆਪ ਜੀਆਂ ਦੇ ਦਰ ਘਰ ਦੇ ਸੇਵਕ ਭਾਈ ਬਲੈਤੀ ਸਿੰਘ ਤਥਾ ਸਮੂਹ ਪਰਿਵਾਰ ਨੇ, ਗੁਰਸਿੱਖ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਿੰਘਾਂ ਨੂੰ ਆਪਣੇ ਗ੍ਰਹਿ ਵਿਖੇ ਬੁਲਾਉਣਾ ਕੀਤਾ ਹੈ। ਸਤਿਗੁਰੂ ਜੀ ਸੰਧਿਆ ਵੇਲੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਕਿਰਪਾ ਹੋਈ। ਸੰਗਤੀ ਰੂਪ ਦੇ ਵਿੱਚ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਨੇ ਰਲ ਮਿਲ ਕਰਕੇ ਸੰਗਤੀ ਰੂਪ ਦੇ ਵਿੱਚ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ। ਬਾਣੀ ਪੜ੍ਹਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਨੂੰ ਖਿਮਾ ਕਰਨਾ, ਅਗਾਹ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਸੇਵਕਾਂ ਦੇ ਹਿਰਦਿਆਂ ਤੇ ਵਸਾਉਣਾ। ਸਰਬੱਤ ਸੰਗਤ ਦੀ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰ ਤੇ ਪ੍ਰਵਾਨ ਕਰ ਲੈਣੀ। ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਨਾ ਜੀ। ਸਮੁੱਚੇ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਦਇਆ ਧੀਰਜ ਇਤਫਾਕ ਨਾਮ ਬਾਣੀ ਨਾਲ ਪ੍ਰੇਮ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਕਿਰਪਾ ਕਰਨੀ। ਤਰੁੱਠ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਜੀ।
ਅੰਗ ਸੰਗ ਹੋ ਕਰਕੇ ਸਹਾਇਤਾ ਕਰਨੀ, ਬੌੜੀ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ। ਖਾਲਸੇ ਪੰਥ ਅੰਦਰ ਸਦੀਵ ਕਾਲ ਵਾਸਤੇ ਏਕਤਾ ਇਤਫਾਕ ਬਖਸ਼ਿਸ਼ ਕਰਨਾ, ਸਿੰਘਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਸਮਰੱਥਾ ਬਲ ਬੋਧ ਆਪ ਜੀ ਨੇ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਕਰਨਾ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈ, ਦਰ ਪ੍ਰਵਾਨ ਕਰ ਲੈਣੀ, ਭੁੱਲ ਚੁੱਕ ਦੀ ਖਿਮਾ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਰਾ ਆਗਿਆ ਭਏ ਅਕਾਲ ਕੀ ਜਾਇਓ ਪੰਥ, ਸਭ ਸਿੱਖ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ, ਬੋਝ ਸ਼ਬਦ ਮੈਂ ਦੇ, ਆਦ ਕਰੇਗਾ ਖਾਲਸਾ सब मिलेंगे बच्चे शरण जो, द्वार हुए सब मिलेंगे बच्चे शरण जो। बोले ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਪਾਂ ਸਾਰਿਆਂ ਤੇ ਬਖਸ਼ਿਸ਼ ਕਿਰਪਾ ਹੋਈ ਹੈ। ਸਭ ਤੋਂ ਵੱਡੀ ਬਖਸ਼ਿਸ਼ ਇਹ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਮਨੁੱਖਾਂ ਦੇ ਹੀ ਬਖਸ਼ਿਸ਼ ਕੀਤੀ ਹੈ, ਸਾਨੂੰ ਪ੍ਰਾਪਤ ਹੋਈ ਹੈ ਸੱਚੇ ਪਾਤਸ਼ਾਹ ਜੀ ਦੇ ਵੱਲੋਂ। ਕਹਿਣ ਤੋਂ ਭਾਵ ਕਿ ਸਾਡੀ ਵਾਰੀ ਇਹ ਅਕਾਲ ਪੁਰਖ ਨੂੰ ਮਿਲਣ ਦੀ ਹੈ, ਉਹਦੇ ਵਿੱਚ ਅਭੇਦ ਹੋਣ ਵਾਸਤੇ ਹੈ। ਦੂਸਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਸਾਡੇ ਤੇ ਇਹ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਸੰਧਿਆ ਦੇ ਵੇਲੇ ਸਾਨੂੰ ਸਾਰਿਆਂ ਨੂੰ ਹੀ ਸੰਗਤੀ ਰੂਪ ਦੇ ਵਿੱਚ ਇਕੱਤਰ ਹੋ ਕਰਕੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਨਸਾਨ ਇਕੱਲਾ ਦੁਕੱਲਾ ਰਹਿਰਾਸ ਸਾਹਿਬ ਜੀ ਦਾ ਪਾਠ ਕਰੇ। ਆਪ ਜੀ ਇਹ ਤਜਰਬਾ ਕਰ ਲਿਓ, ਇਤਨਾ ਰਸ ਨਹੀਂ ਕਦੇ ਬਣਦਾ ਜਿਤਨਾ ਸੰਗਤੀ ਰੂਪ ਦੇ ਵਿੱਚ ਆਪਾਂ ਸਾਰੇ ਕਰਦੇ ਹਾਂ। ਕਿਉਂਕਿ ਸੰਗਤੀ ਰੂਪ ਦੇ ਵਿੱਚ ਜਦੋਂ ਆਪਾਂ ਗੁਰੂ ਪਿਆਰਿਓ ਪਾਠ ਕਰਦੇ ਹਾਂ, ਇੱਕ ਤੁਕ ਅੱਗੇ ਤੇ ਬਾਕੀ ਸੰਗਤ ਪਿੱਛੇ ਬੋਲਦੀ ਹੈ। ਇਸ ਸੰਗਤ ਦੇ ਵਿੱਚੋਂ ਮਿਠਾਸ ਦੇ ਵਿੱਚੋਂ ਐਸੀਆਂ ਤਰੰਗਾਂ ਉੱਭਰਦੀਆਂ ਨੇ, ਐਸੀਆਂ ਤਰੰਗਾਂ ਗੁਰੂ ਪਿਆਰਿਓ ਖਿੱਚਦੀਆਂ, ਆਤਮਿਕ ਸ਼ਾਂਤੀ ਦੀਆਂ ਰਸ ਦੀਆਂ ਉੱਠਦੀਆਂ ਨੇ, ਜਿਹੜੀ ਕਿ ਗੁਰੂ ਪਿਆਰਿਓ ਆਤਮਾ ਦੇ ਨਾਲ ਜਾ ਕੇ ਟੱਚ ਹੁੰਦੀਆਂ ਨੇ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਹੋਈ, ਆਪਾਂ ਸਾਰਿਆਂ ਨੇ ਹੀ ਗੁਰੂ ਪਿਆਰਿਓ ਸੁਭਾਗ ਸਮੇਂ ਦੀ ਸਾਂਭ ਕੀਤੀ ਹੈ। ਹੁਣ ਕੁਝ ਕੁ ਸਮੇਂ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਾਕਮ ਸਿੰਘ ਜੀ ਆਪ ਸੰਗਤਾਂ ਦੇ ਨਾਲ ਗੁਰਬਤ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਸੇਵਕ ਭਾਈ ਵਿਲਾਇਤੀ ਸਿੰਘ ਅਤੇ ਉਹਨਾਂ ਦਾ ਸਮੂਹ ਪਰਿਵਾਰ ਗੁਰੂ ਦਾ ਓਟ ਆਸਰਾ ਲੈ ਕੇ ਸਿੱਖ ਸਮਾਗਮ ਸੇਵਾ ਨਾਰਥ ਵੈਸਟ ਮਾਨਚੈਸਟਰ ਦੀ ਸੰਗਤ ਵੱਲੋਂ ਮਨਾਇਆ ਗਿਆ। ਉਸ ਤਿੰਨੇ ਦਿਨ ਹੀ ਭਾਈ ਵਿਲਾਇਤੀ ਸਿੰਘ ਅਤੇ ਇਹਨਾਂ ਦੇ ਪਰਿਵਾਰ ਨੇ ਹਾਜ਼ਰੀ ਭਰੀ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਦਰਸ਼ਨ ਕੀਤੇ, ਬਾਣੀ ਸਰਵਣ ਕੀਤੀ।
ਤੇ ਨਾਲ ਹੀ ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਮਾਨਚੈਸਟਰ ਦੀ ਹਿਸਟਰੀ 'ਚ ਪਹਿਲੀ ਵਾਰੀ ਆਏ ਹੋਏ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਤੋਂ ਆਏ ਹੋ ਤੇ ਸਾਡੇ ਗ੍ਰਹਿ ਵਿਖੇ ਵੀ ਜ਼ਰੂਰ ਆਇਓ। ਉੱਥੋਂ ਦੇ ਪ੍ਰਬੰਧਕ ਸੱਜਣਾ ਨੇ ਸਮੇਂ ਦੀ ਵੰਡ ਕਰਦੇ ਹੋਏ ਅੱਜ ਸੰਗਤੀ ਰੂਪ ਵਿੱਚ ਭਾਈ ਵਲੈਤੀ ਸਿੰਘ ਦੇ ਗ੍ਰਹਿ ਵਿਖੇ ਸਾਰੀ ਸੰਗਤ ਪਹੁੰਚੀ ਤੇ ਦਾਸ ਵੀ ਪੰਜਾਂ ਪਿਆਰਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਆਏ ਹੋਏ ਇੰਗਲੈਂਡ 'ਚ ਇਹਨਾਂ ਦੇ ਗ੍ਰਹਿ ਵਿਖੇ ਆਏ। ਸਾਰੀ ਹੀ ਸੰਗਤ ਨੇ ਰਲ ਮਿਲ ਕੇ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ। ਉਪਰੰਤ ਜਿੰਨੀ ਕੁ ਸਤਿਗੁਰਾਂ ਨੇ ਸੋਝੀ ਬਖਸ਼ੀ ਹੈ ਉਨੀ ਕੁ ਆਪਾਂ ਵਿਚਾਰ ਕਰਾਂਗੇ 5-7 ਮਿੰਟ ਲਈ। ਜਦੋਂ ਅਸੀਂ ਗੁਰਦੁਆਰੇ 'ਚ ਜਾਂਦੇ ਹਾਂ, ਸਾਰੇ ਹੀ ਆਪਾਂ ਗੁਰਸਿੱਖ ਗੁਰਦੁਆਰਿਆਂ 'ਚ ਜਾਂਦੇ ਹਾਂ, ਗਿਆਨੀ ਜੀ ਨੂੰ ਜਾ ਕੇ ਪੁੱਛਦੇ ਹਾਂ, ਗਿਆਨੀ ਜੀ ਗੁਰਦੁਆਰੇ ਵਿੱਚ ਆਉਣ ਦਾ ਕੀ ਫਾਇਦਾ ਹੁੰਦਾ ਹੈ? ਗੁਰਦੁਆਰੇ ਬੈਠ ਕੇ ਕੀਰਤਨ ਕਥਾ ਸੁਣਨ ਦਾ ਕੀ ਫਾਇਦਾ ਹੈ? ਗੁਰਦੁਆਰੇ 'ਚ ਲੰਗਰ ਚੱਲਦੇ ਨੇ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਲੱਖਾਂ ਹੀ ਪ੍ਰਾਣੀ ਰੋਜ਼ਾਨਾ ਲੰਗਰ ਛਕਦੀਆਂ ਨੇ, ਕਿਸੇ ਨਸਲ ਭੇਦ ਭਾਵ ਤੋਂ ਉੱਪਰ ਉੱਠ ਕੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜਿੱਥੋਂ ਦਾਸ ਤੇ ਪੰਜ ਪਿਆਰੇ ਸਾਹਿਬਾਨ ਅਸੀਂ ਆਏ ਹੋਏ ਹਾਂ, 4 ਮਸ਼ੀਨਾਂ ਪ੍ਰਸ਼ਾਦੇ ਪਕਾਉਣ ਵਾਸਤੇ ਲੱਗੀਆਂ ਹਨ। 300 ਸੇਵਾਦਾਰ ਲਾਂਗਰੀ 24 ਘੰਟੇ ਉੱਥੇ ਲੰਗਰ ਬਣਾਉਂਦੇ ਹਨ। ਇੰਨਾ ਮਹਾਤਮ ਸਿੱਖ ਕੌਮ ਵਿੱਚ ਲੰਗਰ ਦਾ ਕੀ ਹੈ? ਇਹ ਸਵਾਲ ਅਸੀਂ ਸੂਝਵਾਨ ਗ੍ਰੰਥੀ ਸਾਹਿਬਾਨਾਂ ਨੂੰ, ਗੁਣੀ ਗਿਆਨੀਆਂ ਨੂੰ ਪੁੱਛਦੇ ਹਾਂ। ਜਾਂ ਛੋਟੇ ਸਾਡੀ ਬੱਚੇ ਪਨੀਰੀ ਨੌਜਵਾਨ ਬੱਚੇ ਬੱਚੀਆਂ ਮਾਂ ਪਿਓ ਦਾਦੀ ਦਾਦਾ ਨੂੰ ਬਜ਼ੁਰਗਾਂ ਨੂੰ ਸਵਾਲ ਕਰਦੇ ਨੇ, ਸਿੱਖ ਕੌਮ ਇੰਨਾ ਲੰਗਰ ਹੀ ਕਿਉਂ ਲਾਉਂਦੀ ਹੈ? ਤੇ ਦਾਸ ਜਿੰਨੀ ਕੁ ਸਤਿਗੁਰ ਸੋਝੀ ਬਖਸ਼ਣਗੇ ਇਤਿਹਾਸ ਦੇ ਵਿੱਚੋਂ ਉਨੀ ਇੱਕ ਗੱਲ ਬਾਰੇ, ਲੰਗਰ ਬਾਰੇ ਆਪ ਜੀ ਨਾਲ ਮੈਂ ਵਿਚਾਰ ਕਰਾਂਗਾ। ਭਾਈ ਗੁਰਦਾਸ ਜੀ ਦੀ ਰਚਨਾ ਹੈ, ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗ ਕਰ ਸੇਵ ਸੁਖ ਫਲ ਪਾਇਆ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਕੋਰੇ ਮਠ ਅਣਾਏ ਨੀਰ ਪਵਾਇਆ, ਆਣ ਮਹਾ ਪ੍ਰਸ਼ਾਦ ਵੰਡ ਛਕਾਇਆ। ਇਸ ਦੀ ਮੈਂ ਸੰਖੇਪ ਤੌਰ ਤੇ ਵਿਆਖਿਆ ਕਰਾਂ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ। ਪੁਰਾਤਨ ਸਮੇਂ ਵਿੱਚੋਂ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਉੱਥੇ ਹੀ ਧਰਮਸ਼ਾਲ ਬਣ ਗਈ। ਅੱਜ ਦੇ ਲਫ਼ਜ਼ਾਂ 'ਚ ਉਹਨੂੰ ਕਹੀਏ ਉੱਥੇ ਹੀ ਗੁਰਦੁਆਰੇ ਬਣ ਗਏ। ਸਾਰੇ ਦਿਨ ਦੀ ਸਿੱਖ ਆਪਣੀ ਮਿਹਨਤ ਰੋਟੀ ਰੋਜੀ ਵਾਸਤੇ ਕਮਾ ਕੇ ਸ਼ਾਮ ਨੂੰ ਕਹਿੰਦੇ ਗੁਰੂ ਘਰ ਮਨੀਵਨੀ ਤੁਰ ਪੈਂਦੇ ਸੀ। ਜਾਂ ਰਾਤ ਨੂੰ ਵਿਸ਼ਰਾਮ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਅੰਮ੍ਰਿਤ ਵੇਲੇ ਕੰਮਾਂ ਤੋਂ ਜਾਣ ਤੋਂ ਪਹਿਲਾਂ ਕਹਿੰਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈਏ, ਗੁਰਦੁਆਰਿਆਂ ਨੂੰ ਤੁਰ ਪੈਂਦੇ ਸਨ। ਤੇ ਜਾਂਦੇ ਜਾਂਦੇ ਨਗਰਾਂ ਵਿੱਚੋਂ ਉੱਚੀ ਆਵਾਜ਼ ਦੇ ਕੇ ਆਵਾਜ਼ ਮਾਰਦੇ ਸਨ, ਫਲਾਣਾ ਸਿੰਘ ਜੀ ਆਓ ਚਲੀਏ ਗੁਰੂ ਨਾਨਕ ਦੇ ਦਰਬਾਰ ਤੇ, ਚੱਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀ ਆਈਏ। ਸਾਡੀਆਂ ਭੈਣਾਂ ਮਾਤਾਵਾਂ ਇਕੱਠੀਆਂ ਹੋ ਕੇ ਗੁਰਦੁਆਰੇ ਜਾਂਦੀਆਂ। ਭਾਈ ਗੁਰਦਾਸ ਜੀ ਨੇ ਉਸ ਵੇਲੇ ਦਾ ਨਕਸ਼ਾ ਖਿੱਚਿਆ ਹੈ, ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ। ਆਪ ਤਾਂ ਗੁਰੂ ਨਾਨਕ ਦੇ ਦਰ ਤੇ ਜਾ ਰਹੇ ਨੇ ਤੇ ਦੂਸਰਿਆਂ ਨੂੰ ਵੀ ਆਵਾਜ਼ ਮਾਰੇ ਨੇ। ਇਹ ਨਹੀਂ ਸੋਚਦੇ ਅਗਲੇ ਨੇ ਅੱਗੋਂ ਕੀ ਜਵਾਬ ਦੇਣਾ ਹੈ ਵੀ ਤੂੰ ਕੱਲਾ ਚਲਾ ਜਾ, ਮੇਰੇ ਕੋਲ ਸਮਾਂ ਨਹੀਂ। ਪਰ ਕਿਸੇ ਗੁਰਸਿੱਖ ਦੇ ਮਨ ਨੂੰ ਭਾ ਗਈ, ਗੁਰੂ ਨਾਨਕ ਦੇ ਦਰ ਵਾਸਤੇ ਆਵਾਜ਼ ਮਾਰ ਰਿਹਾ, ਚੱਲ ਮੈਂ ਵੀ ਗੁਰੂ ਨਾਨਕ ਦੇ ਦਰਸ਼ਨ ਕਰ ਆਵਾਂ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗ ਕਰ ਸੇਵ ਸੁਖ ਫਲ ਪਾਇਆ। ਫਿਰ ਗੁਰਦੁਆਰੇ ਕੀ ਕਰਦੇ ਨੇ? ਜਾ ਕੇ ਸੰਗਤ ਦੀ ਸੇਵਾ ਕਰਦੇ ਨੇ। ਤੇ ਸੇਵਾ ਨਾਲ ਕੀ ਮਿਲਦਾ ਹੈ? ਮਨ ਨੂੰ ਸੁਖ ਮਿਲਦਾ ਹੈ। ਤੱਪੜ ਝਾੜ ਵਿਛਾਏ ਧੂੜੀ ਨਾਇਆ। ਜਿਸ ਵੇਲੇ ਦੀ ਭਾਈ ਗੁਰਦਾਸ ਜੀ ਦੀ ਇਹ ਰਚਨਾ ਹੈ, ਉਸ ਵੇਲੇ ਦਾ ਉਹਨਾਂ ਨੇ ਨਕਸ਼ਾ ਖਿੱਚਿਆ। ਫਿਰ ਪੁਰਾਣੇ ਸਮੇਂ 'ਚ ਜਿਹੜੇ ਗੁਰਦੁਆਰੇ ਸਨ, ਉਸ ਸਮੇਂ ਪੱਕੀਆਂ ਇੱਟਾਂ ਤਾਂ ਬਹੁਤ ਘੱਟ ਹੁੰਦੀਆਂ ਸਨ।
ਕਹਿੰਦੇ ਕੱਚੇ ਹੀ ਗੁਰਦੁਆਰੇ ਸਨ। ਫਿਰ ਉੱਤੇ ਜਿਹੜੇ ਫਰਾਸ ਵਿਛੇ ਹੁੰਦੇ ਸਨ, ਅੰਧੇਰੀ ਆਉਂਦੀ ਤੇ ਜੇ ਉਹਨਾਂ 'ਤੇ ਮਿੱਟੀ ਪੈ ਜਾਂਦੀ, ਫਿਰ ਗੁਰਸਿੱਖ ਕਹਿੰਦੇ ਤੱਪੜ ਝਾੜ ਵਿਛਾਏ ਧੂੜੀ ਨਾ ਆਇਆ। ਫਿਰ ਉਹਨਾਂ ਨੂੰ ਝਾੜ ਕੇ ਵਿਛਾਉਂਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਨੂੰ ਸੰਗਤ ਆਊਗੀ, ਇਹਨਾਂ ਦਰੀਆਂ 'ਤੇ ਬੈਠੇਗੀ। ਤੱਪੜ ਝਾੜ ਵਿਛਾਏ ਧੂੜੀ ਨਾ ਆਇਆ। ਅਤੇ ਉਹ ਜਿਹੜੀ ਧੂੜ ਹੈ ਕਹਿੰਦੀ ਉਹ ਉੱਤੇ ਉੱਡ ਕੇ ਫਿਰ ਉਹਨਾਂ ਗੁਰਸਿੱਖਾਂ 'ਤੇ ਪੈਂਦੀ ਨਾ, ਫਿਰ ਪਾਪਾਂ ਦੀ ਮੈਲ ਕਹਿੰਦੇ ਉਹਦੇ ਨਾਲ ਸਾਫ਼ ਹੋ ਜਾਂਦੀ। ਤੱਪੜ ਝਾੜ ਵਿਛਾਏ ਧੂੜੀ ਨਾ ਆਇਆ, ਕੋਰੇ ਮੱਟ ਅਣਾਏ ਨੀਰ ਪਵਾਇਆ। ਉਸ ਸਮੇਂ ਤੁਰ ਕੇ ਹੀ ਸਫ਼ਰ ਕਰਦੇ ਸਨ ਜਾਂ ਊਠ ਗੱਡੀਆਂ ਬੈਲ ਗੱਡੀਆਂ 'ਤੇ ਸਫ਼ਰ ਕਰਦੇ ਸਨ। ਫਿਰ ਗੁਰੂ ਨਾਨਕ ਦਾ ਦਰ ਜਾਣ ਕੇ ਨਿਸ਼ਾਨ ਸਾਹਿਬ ਨੂੰ ਤੱਕ ਕੇ ਰਾਹੀ ਪਾਉਂਦੀ। ਗਰਮੀ ਦੇ ਸਮੇਂ 'ਚ ਜਾਂ ਰਾਤ ਪੈ ਜਾਂਦੀ, ਗੁਰੂ ਨਾਨਕ ਦਾ ਦਰ ਜਾਣ ਕੇ ਕਹਿੰਦੇ ਉੱਥੇ ਰੁਕ ਜਾਂਦੇ ਸਨ ਅਤੇ ਉਹਨਾਂ ਦੇ ਛਕਣ ਵਾਸਤੇ ਠੰਡੇ ਘੜੇ ਲੈ ਕੇ ਮਿੱਠੇ ਜਲ ਦੇ ਕਹਿੰਦੇ ਖੂਹਾਂ ਟੋਭਿਆਂ ਤੋਂ ਭਰ ਕੇ ਠੰਡੀ ਛਾਂ ਵਿੱਚ ਉਹ ਗੁਰਸਿੱਖ ਰੱਖਦੇ। ਤੱਪੜ ਝਾੜ ਵਿਛਾਏ ਧੂੜੀ ਨਾ ਆਇਆ, ਕੋਰੇ ਮੱਟ ਅਣਾਏ ਨੀਰ ਪਵਾਇਆ। ਠੰਡਾ ਜਲ ਉੱਥੇ ਭਰ ਕੇ ਰੱਖਦੇ। ਗੁਰੂ ਨਾਨਕ ਦੇ ਦਰ 'ਤੇ ਜਿਹੜਾ ਆਵੇ ਠੰਡਾ ਜਲ ਇੱਥੋਂ ਛਕੇ। ਤੱਪੜ ਝਾੜ ਵਿਛਾਏ ਧੂੜੀ ਨਾ ਆਇਆ, ਕੋਰੇ ਮੱਟ ਅਣਾਏ ਨੀਰ ਪਵਾਇਆ। ਆਣ ਮਹਾਂਪ੍ਰਸਾਦ ਵੰਡ ਛਕਾਇਆ। ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਜਿਸ ਤਰ੍ਹਾਂ ਗੁਰਮੁਖ ਪਰਿਵਾਰ ਨੇ ਹੁਣ ਤਿਆਰ ਕੀਤੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ, ਗੁਰੂ ਬਾਬੇ ਨਾਨਕ ਦੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕਹਿੰਦੇ ਭੋਗ ਪਾਉਂਦੇ ਅਤੇ ਉਹਨੂੰ ਸਾਰੇ ਹੀ ਵੰਡ ਕੇ ਛਕਦੇ। ਇਹ ਹੈ ਗੁਰੂ ਨਾਨਕ ਦੇ ਦਰ ਦਾ ਨਕਸ਼ਾ ਭਾਈ ਗੁਰਦਾਸ ਜੀ ਨੇ ਜਿਹੜਾ ਸਿੱਖ ਖਿੱਚਿਆ ਹੈ। ਅਤੇ ਅਗਲੀ ਜਿਹੜੀ ਰਚਨਾ ਹੈ ਉਹ ਵੀ ਮੈਂ ਆਪ ਜੀ ਨਾਲ ਸੰਖੇਪ ਤੌਰ 'ਤੇ ਸਾਂਝੀ ਕਰ ਦੇਵਾਂ। ਜਿਹੜਾ ਗੁਰਦੁਆਰੇ ਜਾ ਕੇ ਸੇਵਾ ਕਰਦਾ, ਮੈਂ ਸਵਾਲ ਇਹ ਪੁੱਛ ਰਹੇ ਨੇ ਸਾਡੇ ਬੱਚੇ ਜਾਂ ਅਸੀਂ ਗੁਣੀ ਗਿਆਨੀਆਂ ਨੂੰ ਵੀ ਗੁਰਦੁਆਰੇ ਲੰਗਰ 'ਚ ਸੇਵਾ ਕਰਨ ਦਾ ਉਹਦਾ ਕੀ ਮਹਾਤਮ ਹੈ। ਭਾਈ ਗੁਰਦਾਸ ਜੀ ਬਹੁਤ ਸੁੰਦਰ ਉੱਤਰ ਦਿੰਦੇ ਨੇ। ਇੰਦਰਪੁਰੀ ਲਖ ਰਾਜ ਨੀਰ ਭਰਾਉਣੀ। ਜਿਹੜਾ ਗੁਰਦੁਆਰੇ 'ਚ ਜਾ ਕੇ ਜਲ ਦੀ ਸੇਵਾ ਕਰਦਾ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਕਿੰਨਾ ਮਹਾਤਮ ਮਿਲਦਾ ਹੈ। ਇੰਦਰ ਦੀ ਪੁਰੀ ਕਹਿੰਦੇ ਬੰਨ੍ਹ ਕੇ ਇੱਕ ਪਾਸੇ ਰੱਖ ਦਿਓ, ਇੱਕ ਪਾਸੇ ਗੁਰੂ ਨਾਨਕ ਦੇ ਦਰ 'ਤੇ ਜਾ ਕੇ ਜਲ ਦੀ ਸੇਵਾ ਕੀਤੀ, ਉਨਾ ਮਹਾਤਮ ਹੈ। ਆਖੋ ਸਤਿਨਾਮ। ਇੰਦਰਪੁਰੀ ਲਖ ਰਾਜ ਨੀਰ ਭਰਾਉਣੀ, ਲੱਖ ਸੁਰਖ ਸਿਰ ਤਾਜ। ਲੱਖਾਂ ਹੀ ਸੁਰਗਾਂ ਦੇ ਕਹਿੰਦੇ ਉੱਥੋਂ ਦੇ ਸਿਰ ਤਾਜ ਕਿਸੇ ਮਨੁੱਖ ਦੇ ਸਿਰ 'ਤੇ ਰੱਖ ਦਿਓ। ਲੱਖ ਸੁਰਗ ਸਿਰ ਤਾਜ ਗਿੱਲਾ ਪਿਹਾਉਣੀ। ਗੁਰੂ ਦਰਬਾਰ 'ਚ ਜਾ ਕੇ ਆਟਾ ਗੁੰਨਣ ਦਾ ਇੰਨਾ ਮਹਾਤਮ ਹੈ। ਸਾਡੀਆਂ ਮਾਤਾਵਾਂ ਭੈਣਾਂ ਵੀਰ ਜਾ ਕੇ ਜਿਹੜੇ ਗੁਰਦੁਆਰੇ ਲੰਗਰ ਵਾਸਤੇ ਆਟੇ ਦੀ ਸੇਵਾ ਕਰਦੇ ਨੇ। ਇਹ ਪੁਰਾਤਨ ਸਮੇਂ ਤੋਂ ਕਲਗੀਧਰ ਪਾਤਸ਼ਾਹ ਜਿਸ ਦੇ ਦਰਬਾਰ ਦੇ ਅਸੀਂ ਸੇਵਾਦਾਰ ਹਾਂ, ਉੱਥੋਂ ਆਏ ਹਾਂ। ਕਲਗੀਧਰ ਪਾਤਸ਼ਾਹ ਦੇ ਘੱਟੋ ਘੱਟ 10,000 ਗੁਰਸਿੱਖ ਉਸ ਟਾਈਮ ਸਤਿਗੁਰਾਂ ਦੇ ਦਰਬਾਰ 'ਚ ਹਾਜ਼ਰ ਰਹਿੰਦੇ ਸਨ। ਅਤੇ ਉਸ ਵੇਲੇ ਕਿਹੜੇ ਸਾਧ ਸੰਗਤ ਚੱਕੀਆਂ ਲੱਗੀਆਂ ਸਨ। ਸਾਡੀਆਂ ਮਾਵਾਂ ਭੈਣਾਂ ਧੀਆਂ ਹੀ ਉਸ ਚੱਕੀ ਚਲਾਉਂਦੀਆਂ 10,000 ਗੁਰਸਿੱਖਾਂ ਲਈ ਰੋਜ਼ ਆਟਾ ਪਿਉਂਦੀਆਂ ਸਨ। ਫਿਰ ਆਟੇ ਪੀਣ ਤੋਂ ਬਸ ਨਹੀਂ, ਫਿਰ ਸੂਤ ਵੀ ਕੱਤਦੀਆਂ। ਜਿਹੜੇ ਗੁਰਸਿੱਖ ਕੱਪੜੇ ਪਾਉਂਦੇ ਨੇ ਉਹ ਸਾਡੀਆਂ ਮਾਵਾਂ ਭੈਣਾਂ ਹੀ ਉਸ ਵੇਲੇ ਕੱਤ ਕੇ ਬਣਾਉਂਦੀਆਂ ਸਨ। ਉਹ ਇਹ ਨਹੀਂ ਕਿ ਦਰਬਾਰ 'ਚ ਆ ਕੇ ਕੋਈ ਵਿਹਲਾ ਰਹਿੰਦਾ ਸੀ। ਗੁਰੂ ਨਾਨਕ ਦਾ ਦਰ ਜਾਣ ਕੇ ਸਾਰੇ ਹੀ ਸੇਵਾ ਕਰਦੇ ਸਨ। ਇੰਦਰਪੁਰੀ ਲਖ ਰਾਜ ਨੀਰ ਪਵਾਉਣੀ, ਲੱਖ ਸੁਰਗ ਸਿਰ ਤਾਜ ਗਿੱਲਾ ਪਿਆਉਣੀ। ਰਿੱਧ ਸਿੱਧ ਨੌ ਨਿਧ। ਰਿੱਧੀਆਂ ਸਿੱਧੀਆਂ ਨੌ ਨਿਧੀਆਂ ਕਿਹਦੇ ਮਗਰ ਫਿਰਦੀਆਂ ਸੀ? ਚੁੱਲ੍ਹ ਝੁਕਾਉਣੀ। ਜਿਹੜਾ ਅੱਗ ਜਿਹੜਾ ਮਚਾਉਂਦਾ ਨਾ, ਜਿੱਥੇ ਪ੍ਰਸ਼ਾਦੇ ਬਣਦੇ ਸੀ, ਉਸ ਤਵੀ ਦੇ ਹੇਠਾਂ ਜਲ ਦਾਲ ਬਣਾਉਣ ਦੀ ਖਾਤਰ ਜਿਹੜਾ ਗੁਰਸਿੱਖ ਅੱਗ ਮਚਾਉਣ ਦੀ ਸੇਵਾ ਕਰਦਿਆਂ ਕਦੀ ਉਹਦੀ ਰਸਨਾ 'ਤੇ ਰਿੱਧ ਸਿੱਧ ਨੌ ਨਿਧ ਚੁੱਲ੍ਹ ਝੁਕਾਉਣੀ। ਉਹਦੀਆਂ ਰਿੱਧੀਆਂ ਸੀਗੀਆਂ ਉਹਦੀਆਂ ਰਸਨਾ 'ਤੇ ਮਗਰ ਮਗਰ ਤੁਰੀਆਂ ਫਿਰਦੀਆਂ ਸੀ। ਰਿੱਧ ਸਿੱਧ ਨਿਧ ਚੁੱਲ੍ਹ ਝੁਕਾਉਣੀ, ਸਾਧ ਗਰੀਬ ਨਿਵਾਜ ਗਰੀਬੀ ਆਉਣੀ। ਅਨਹਦ ਸ਼ਬਦ ਅਗਾਜ ਬਾਣੀ ਗਾਉਣੀ। ਜਿਹੜੀ ਗੁਰੂ ਨਾਨਕ ਦੇ ਦਰ 'ਤੇ ਬੈਠ ਕੇ ਕਹਿੰਦੇ ਸੰਗਤ ਕਰਨਾ, ਉਸ ਵਿੱਚ ਮਨ 'ਚ ਨਿਮਰਤਾ ਆਉਂਦੀ ਏ। ਅਤੇ ਜਿਹੜੀ ਉੱਥੇ ਗੁਰੂ ਨਾਨਕ ਦੀ ਬਾਣੀ ਸੁਣਨਾ, ਉਹ ਅਨਹਦ ਸ਼ਬਦ
ਜਿਸ ਸ਼ਬਦ ਨੂੰ ਸੁਣਨ ਵਾਸਤੇ ਸਿੱਧ ਪਹਾੜਾਂ ਦੀ ਖੁੰਦਰਾਂ 'ਚ ਜਾ ਕੇ ਬੈਠਦੇ ਸਨ। ਗੁਰੂ ਨਾਨਕ ਸਾਹਿਬ ਨੇ ਸੁਮੇਰ ਪਰਬਤ 'ਤੇ ਜਾ ਕੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਸੀ ਕਿ ਤੁਸੀਂ ਧਾਰਮਿਕ ਸੀਗੇ, ਸੰਸਾਰੀ ਜੀਵਾਂ ਨੂੰ ਸੇਧ ਦਿੰਦੇ, ਪਰ ਤੁਸੀਂ ਆਪ ਪਹਾੜਾਂ ਦੀ ਖੁੰਦਰਾਂ 'ਚ ਆ ਕੇ ਬੈਠੇ ਹੋ। ਕਹਿੰਦੇ ਸੀ ਅਨਹਦ ਸ਼ਬਦ ਸੁਣਨ ਵਾਸਤੇ ਇੱਥੇ ਬੈਠੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਉਹ ਸਿੱਖਾਂ ਦੀ ਝੋਲੀ 'ਚ ਪਾਤਾ ਅਨਹਦ ਸ਼ਬਦ, ਜਿਹੜੀ ਗੁਰੂ ਨਾਨਕ ਦੀ ਬਾਬੇ ਨਾਨਕ ਦੀ ਬਾਣੀ ਗਾਉਣੀ ਸੁਣਨੀ, ਇਹ ਅਨਹਦ ਸ਼ਬਦ ਹੈ। ਅਨਹਦ ਸ਼ਬਦ ਆਗਾਜ਼ ਬਾਣੀ ਗਾਉਣੀ। ਗੁਰੂ ਕਿਰਪਾ ਕਰੇ ਸਾਰੇ ਸੰਸਾਰ ਵਿੱਚ ਬਾਬੇ ਨਾਨਕ ਦੀ ਬਾਣੀ ਦਾ ਪ੍ਰਚਾਰ ਤੇ ਪਸਾਰ ਹੋਵੇ। ਮੈਂ ਮਾਨਚੈਸਟਰ ਦੇ ਸਿੱਖ ਸਮਾਗਮ ਸੇਵਾ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸਾਹਿਬ ਜੀ ਤੋਂ ਪੰਜ ਪਿਆਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਦਾਸ ਧੰਨਵਾਦੀ ਹੈ, ਜਿਨ੍ਹਾਂ ਨੇ ਸਾਡੀ ਡਿਊਟੀ ਔਨ ਡਿਊਟੀ ਲਾ ਕੇ ਇੰਗਲੈਂਡ ਦੀ ਧਰਤੀ 'ਤੇ ਭੇਜਿਆ। ਉੱਥੋਂ ਦੇ ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਦਾਸ ਨਾਲ ਹੋਰ ਬੇਨਤੀ ਕਰ ਦੇਵੇ, ਮਾਨਚੈਸਟਰ ਨਾਲ ਸਾਡਾ ਕਿਸ ਤਰ੍ਹਾਂ ਜਿਹੜਾ ਪਿਆਰ ਬੱਝਾ ਰਿਸ਼ਤਾ ਬਣਿਆ। ਦਾਸ ਇੱਥੇ ਕਈ ਵਾਰੀ ਇੰਗਲੈਂਡ ਵਿੱਚ ਆਇਆ, ਕਥਾ ਕੀਰਤਨ ਕਰਕੇ ਵਾਪਸ ਚਲਾ ਜਾਂਦਾ ਸੀ। ਉਸੇ ਕੜੀ ਦੇ ਦੌਰਾਨ ਗਿਆਨੀ ਅਮਰੀਕ ਸਿੰਘ ਜੀ ਨਾਲ ਮੇਰਾ ਮੇਲ ਹੋਇਆ। ਉਹਨਾਂ ਨੇ ਆਖਿਆ ਮਾਨਚੈਸਟਰ ਵਿਖੇ ਵੀ ਆਪ ਗੁਰਦੁਆਰੇ 'ਚ ਆਓ, ਪਰ ਕੁਝ ਸਮਾਂ ਨਾ ਹੋਣ ਕਰਕੇ ਦਾਸ ਇੱਥੇ ਨਹੀਂ ਆ ਸਕਿਆ। ਉਸ ਤੋਂ ਇਲਾਵਾ ਭਾਈ ਪ੍ਰਭਜੋਤ ਸਿੰਘ ਜੀ ਇੱਥੇ ਮੇਰੇ ਕੋਲ ਹੀ ਬੈਠੇ ਹਨ। ਗਿਆਨੀ ਅਮਰੀਕ ਸਿੰਘ ਤੇ ਭਾਈ ਪ੍ਰਭਜੋਤ ਸਿੰਘ ਜੀ 3 ਵਾਰੀ ਬਰਮਿੰਗਮ ਵਿੱਚ ਗਏ। ਸ਼ਾਇਦ ਹੋਰ ਵੀ 1-2 ਸੱਜਣ ਸੰਗਤ ਵਿੱਚੋਂ ਹੋਣਗੇ ਜਿਹੜੇ ਦਾਸ ਨੂੰ ਉੱਥੇ ਮਿਲੇ ਸਨ। ਆ ਕੇ ਆਖਿਆ ਵੀ ਆਪ ਜੀ ਮਾਨਚੈਸਟਰ ਜੀ ਆਓ, ਆਪਾਂ ਕੋਈ ਵਿਸ਼ੇਸ਼ ਗੁਰੂ ਨਾਨਕ ਬਾਬੇ ਨਾਨਕ ਦੇ ਆਗਮਨ ਪੁਰਬ ਵਿੱਚ ਕੋਈ ਆਪਾਂ ਇਸ ਤਰ੍ਹਾਂ ਉਪਰਾਲਾ ਕਰੀਏ, ਕੋਈ ਸਮਾਗਮ ਕਰੀਏ। ਤੇ ਦਾਸ ਨੇ ਆਖਿਆ ਤੁਹਾਨੂੰ ਕੋਈ ਨਿੱਜੀ ਲਾਭ ਹੋਣਾ ਹੈ, ਤੁਹਾਡੇ ਉੱਥੇ ਗੁਣੀ ਗਿਆਨੀ ਬਥੇਰੇ ਨੇ, ਤੁਸੀਂ ਉਹਨਾਂ ਨੂੰ ਲੈ ਕੇ ਕੋਈ ਸਮਾਗਮ ਕਰ ਲਓ। ਦਾਸ ਇੰਡੀਆ ਤੋਂ ਇੱਥੇ ਗੁਰੂ ਘਰ ਵਿੱਚ ਆਇਆ, ਆਪਣੀ ਡਿਊਟੀ ਕਰ ਰਿਹਾ ਤੇ 2-4 ਮਹੀਨੇ ਸੇਵਾ ਕਰਕੇ ਦਾਸ ਇੰਡੀਆ ਵਾਪਸ ਮੁੜ ਜਾਏਗਾ। ਤੇ ਮੈਨੂੰ ਕੋਈ ਉਸ ਨਾਲ ਵਿਸ਼ੇਸ਼ ਸਮਾਗਮ ਨਾਲ ਜੇ ਮੇਰੇ ਕੋਲ ਸਮਾਂ ਹੋਇਆ ਤਾਂ ਜ਼ਰੂਰ ਆਵਾਂਗਾ। ਪਰ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਜਦੋਂ ਇਹ ਦਾਸ ਨੂੰ ਗਾਹੇ ਬਗਾਏ ਉਸ ਅਸਥਾਨ 'ਤੇ ਮਿਲੇ ਤੇ ਦਾਸ ਇੱਕ ਦਿਨ ਫਿਰ ਆਇਆ ਵੀ ਇਹ ਵਾਰੀ ਆ ਰਹੇ ਨੇ, ਕਿਉਂ ਨਾ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੈ ਜਾਈਏ। ਤੇ ਦੋਨਾਂ ਸੱਜਣਾਂ ਨੂੰ 2-3 ਹੋਰ ਸੰਗਤ ਦੇ ਸੀਗੇ, ਇਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੈ ਗਿਆ ਵੀ ਸਮਾਗਮ ਕਰਾਉਣਾ। ਦਾਸ ਚਲੇਗਾ, ਪਰ 2 ਮੇਰੀਆਂ ਗੱਲਾਂ ਬੇਨਤੀਆਂ ਸਰਵਣ ਕਰ ਲਓ। ਉਹ ਤੁਹਾਨੂੰ ਚੰਗੀਆਂ ਲੱਗਣ ਤੇ ਆਪਾਂ ਅਰਦਾਸ ਕਰਦੇ ਹਾਂ, ਜੇ ਨਹੀਂ ਚੰਗੀਆਂ ਲੱਗਦੀਆਂ ਤੇ ਆਪ ਜੀ ਇੱਥੇ ਦਰਬਾਰ 'ਚ ਵੀ ਬੈਠ ਸਕਦੇ ਹੋ, ਨਹੀਂ ਤਾਂ ਥੱਲੇ ਲੰਗਰ ਪਾਣੀ ਛਕ ਕੇ ਆਪ ਮਾਨਚੈਸਟਰ ਜਾ ਸਕਦੇ ਹੋ। ਪਹਿਲੀ ਗੱਲ ਇਹ ਹੈ, ਜਿਸ ਇਸ ਸਮਾਗਮ ਵਿੱਚ ਤੁਹਾਨੂੰ ਆਪਣਾ ਕੋਈ ਨਿੱਜੀ ਲਾਭ ਨਹੀਂ ਹੋਣਾ ਚਾਹੀਦਾ। ਨਿੱਜੀ ਲਾਭ ਸਿਰਫ ਕੇਵਲ ਬਾਣੀ ਦਾ ਹੋਣਾ ਚਾਹੀਦਾ। ਆਪਣੇ ਸਵਾਸਥ ਵਾਸਤੇ ਕੋਈ ਇਸ ਸਮਾਗਮ ਜੇ ਦਾਸ ਨੂੰ ਲੈ ਕੇ ਜਾਣਾ, ਫਿਰ ਮੈਨੂੰ ਨਾ ਲੈ ਕੇ ਜਾਏ। ਦੂਸਰੀ ਬੇਨਤੀ ਇਹ ਹੈ, ਉਸ ਸਮਾਗਮ ਵਿੱਚ ਅੰਮ੍ਰਿਤ ਸੰਚਾਰ ਦਾ ਜ਼ਰੂਰ ਪ੍ਰੋਗਰਾਮ ਰੱਖਿਆ ਜਾਵੇ। ਕਲਗੀਧਰ ਪਾਤਸ਼ਾਹ ਨੇ ਇਸ ਕੌਮ ਦੀ ਖਾਤਰ ਆਪਣਾ ਸਾਰਾ ਹੀ ਸਰਬੰਸ ਵਾਰਤਾ। ਜੇ ਅਸੀਂ ਸਮਾਗਮ ਕਰਨ ਤੋਂ ਬਾਅਦ ਜੇ ਇੱਕ ਸਿੰਘ ਵੀ ਅੰਮ੍ਰਿਤ ਛਕ ਲੇਗਾ, ਸਾਡੇ ਮਾਨਚੈਸਟਰ ਦਾ ਉਹ ਸਮਾਗਮ ਸਫਲ ਹੋ ਜਾਏਗਾ। ਤੇ ਦਾਸ ਨੇ ਉਸ ਦਿਨ ਬੇਨਤੀ ਕਰਕੇ ਇਹਨਾਂ ਨੇ ਕਿਹਾ, ਗਿਆਨੀ ਜੀ ਤੁਹਾਡੀਆਂ ਗੱਲਾਂ ਸਾਨੂੰ ਸਹੀ ਲੱਗਦੀਆਂ ਨੇ, ਅਸੀਂ ਸਹਿਮਤੀ ਪ੍ਰਗਟਾਉਂਦੇ ਹਾਂ। ਦਾਸ ਨੇ ਉਸ ਦਿਨ ਇੰਡੀਆ ਤੋਂ ਆਇਆ ਸੀ, ਮੇਰੀ ਜੇਬ ਵਿੱਚ 10 ਪਾਉਂਡ ਸਨ, ਉਹ ਮੈਂ ਸਾਹਮਣੇ ਗੁਰੂ ਸਾਹਿਬ ਜੀ ਦੇ ਰੱਖ ਕੇ ਅਰਦਾਸ ਬੇਨਤੀ ਕੀਤੀ ਤੇ ਸਤਿਗੁਰਾਂ ਦਾ ਹੁਕਮ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾ। ਤੇ ਦਾਸ ਨੇ ਆਖਿਆ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਆਏ ਤੇ ਉਸ ਦਰਬਾਰ ਦੀ ਹੀ ਜੈ ਜੈਕਾਰ ਹੋਵੇ। ਸਾਰਾ ਹੀ ਖਾਲਸਾ ਪੰਥ ਅਨੰਦਪੁਰ ਦਾ ਵਾਸੀ ਹੈ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਤੇ ਕਈ ਕਹਿੰਦੇ ਖਾਲਸਾ ਵਾਸੀ ਅਨੰਦਪੁਰ ਸਾਹਿਬ। ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ। ਤੇ ਕਿਉਂ ਨਾ ਹੋਵੇ ਆਪਾਂ ਇਸ ਸਮਾਗਮ ਦਾ ਨਾਮ ਹੀ ਇਹ ਰੱਖ ਦਈਏ ਸ੍ਰੀ ਅਨੰਦਪੁਰ ਸਾਹਿਬ। ਵਰਲਡ ਸਿੱਖ ਸੁਸਾਇਟੀ ਜੋ ਮੇਰੇ ਮੂੰਹ 'ਚੋਂ ਨਿਕਲਿਆ ਮੈਂ ਉਹ ਕਿਹਾ। ਫਿਰ ਕੁਝ ਸੱਜਣਾ ਨੇ ਉਹ ਤੇ ਕਿਹਾ ਨਹੀਂ ਸ਼ਾਇਦ ਇਹ ਕੋਈ ਤੁਸੀਂ ਆਪਣੀ ਸੰਸਥਾ ਬਣਾਉਣ ਲੱਗੇ ਹੋ ਜਾਂ ਕੀ ਹੈ, ਤੁਹਾਡੇ ਕੋਈ ਨਿੱਜੀ ਲਾਭ ਹੋਣਾ ਹੈ। ਪਰ ਜੋ ਮੇਰੀ ਸਾਹਮਣੇ ਵੇਦਨ ਸੀ ਉਸ ਦੇ ਵਿੱਚੋਂ ਉਸ ਫੁਲਵਾੜੀ ਦਾ ਹੀ ਇੱਕ ਸਿੱਖ ਸਮਾਗਮ ਸੇਵਾ ਜਿਹੜਾ ਇਹ ਬਣਿਆ ਆਪਣੀ ਸੁਸਾਇਟੀ ਬਣੀ ਹੈ,
ਉਸੇ ਗੁਲਦਸਤੇ ਦਾ ਹੀ ਫੁੱਲ ਹੈ ਤੇ ਉਹਦਾ ਕੋਈ ਨਾਮ ਲੱਖ ਲਓ, ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਇਸ ਸਮਾਗਮ ਵਿੱਚ ਜਦੋਂ ਦੁਬਾਰੇ ਫਿਰ ਇਹਨਾਂ ਸੱਜਣਾਂ ਨੇ, ਪ੍ਰਬੰਧਕਾਂ ਨੇ, ਜਿਹੜੇ ਕਾਫੀ ਸਾਰੇ ਨਵੇਂ ਮਿਲੇ, ਮੈਂ ਸਾਰਿਆਂ ਦੇ ਨਾਮ ਲਵਾਂਗਾ ਤੇ ਸ਼ਾਇਦ ਨਹੀਂ ਜਾਣਦਾ, ਮੈਂ 2-4 ਦੇ ਨਾਮ ਜਾਣਦਾ, ਮੈਂ ਲਵਾਂਗਾ, ਬਾਕੀਆਂ ਦੇ ਨਾਮ ਫਿਰ ਭੁੱਲ ਜਾਵਾਂਗਾ। ਤੇ ਉਹ ਸੱਜਣ ਮਿਲੀ, ਇਸ ਟੀਮ ਨੇ ਇੰਨਾ ਹਾਰਡ ਵਰਕ ਕਰਤਾ। ਗੁਰੂ ਪਿਆਰੀ ਸਾਧ ਸੰਗਤ, ਜਿਹੜੀ ਸੰਗਤ ਹੁੰਦੀ ਹੈ, ਮਾਂ ਵੀ ਹੁੰਦਾ ਹੈ, ਪਿਓ ਵੀ ਹੁੰਦਾ ਹੈ, ਭੈਣ ਵੀ ਹੁੰਦਾ ਹੈ, ਭਰਾ ਵੀ ਹੁੰਦਾ ਹੈ, ਤੇ ਇੱਥੇ ਸੱਚ ਬੋਲਣਾ ਸਾਡਾ ਫਰਜ਼ ਹੈ। ਜੇ ਅਸੀਂ ਇੱਥੇ ਸਾਹਮਣੇ ਤੁਹਾਡੇ ਖੜੇ ਹਾਂ ਤੇ ਇਸ ਵੀਜ਼ਾ ਵਰਕ ਵਿੱਚ ਜਾਂ ਸਮਾਗਮ ਕਰਾਉਣ 'ਚ ਬਹੁਤ ਹਾਰਡ ਮਿਹਨਤ ਕਰਨੀ ਪਈ। ਜਿਸ ਵੀਜ਼ਾ ਵਰਕ 'ਚ ਇੱਕ ਬੱਚੇ ਦਾ ਮੈਂ ਨਾਮ ਜਾਣਦਾ, ਮੇਰੇ ਸਾਹਮਣੇ ਗੁਰਪ੍ਰੀਤ ਸਿੰਘ ਜੀ ਬੈਠੇ ਨੇ, ਇੰਡੀਆ ਦੇ ਗੁਰਵਿੰਦਰ ਸਿੰਘ ਤੇ ਮਨਪ੍ਰੀਤ, ਇਹਨਾਂ ਤਿੰਨਾਂ ਨੌਜਵਾਨਾਂ ਨੇ ਮਿਲ ਕੇ ਐਸੀ ਕਹਿ ਲਈ ਸਿੱਖ ਕੌਮ ਵੱਲੋਂ ਇਹਨਾਂ ਨੇ ਇਸਥੋਂ ਦੀ ਗੌਰਮੈਂਟ ਨਾਲ ਪੂਰੀ ਫਾਈਟ ਕਰਕੇ ਇਹ ਵੀਜ਼ੇ ਜਿਹੜੇ ਲਏ ਤੇ ਸੰਗਤਾਂ ਦੇ ਅਸੀਂ ਦਰਸ਼ਨ ਦੀਦਾਰੇ ਕੀਤੇ। ਮੈਂ ਸਿੱਖ ਸਮਾਗਮ ਸਾਰੇ ਹੀ ਸੱਜਣਾਂ ਦਾ ਤੇ ਭਾਈ ਵਲੈਤੀ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਸੱਦਾ ਦਿੱਤਾ ਤੇ ਗਿਆਨੀ ਜੀ ਕਹਿੰਦੇ, ਹੱਥ ਫੜ ਕੇ ਕਹੇ, ਗਿਆਨੀ ਜੀ ਆਇਓ ਜ਼ਰੂਰ ਕਹਿੰਦੇ। ਮੈਂ ਕਿਹਾ ਜੇ ਤੁਸੀਂ ਜਿਹੜੇ ਪਿਆਰ ਨਾਲ ਬੁਲਾ ਰਹੇ ਤੇ ਇੰਨੇ ਪਿਆਰ ਨਾਲ ਜ਼ਰੂਰ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਾਂਗੇ। ਆਪ ਜੀ ਦੇ ਇੱਥੇ ਦਰਸ਼ਨ ਕਰਕੇ ਸਾਨੂੰ ਮਨ ਨੂੰ ਬਹੁਤ ਹੀ ਸੰਤੁਸ਼ਟੀ ਹੋਈ, ਇੰਨੇ ਪਿਆਰ ਨਾਲ ਸੰਗਤ ਨੇ ਸਾਨੂੰ ਜੀ ਆਇਆ ਆਖਿਆ। ਮੈਂ ਸਾਰੇ ਹੀ ਪਰਿਵਾਰ ਦਾ ਤੇ ਇੱਕ ਹੋਰ ਮੈਂ ਬੇਨਤੀ ਕਰਦਿਆਂ, ਇਸੇ ਲੜੀ 'ਚ ਮੇਰੇ ਸਾਹਮਣੇ ਭਾਈ ਮਹਿੰਦਰ ਸਿੰਘ ਰਾਠੌੜ ਬੈਠੇ ਨੇ, ਇੱਥੋਂ ਦਾ ਇੱਕ ਸੁਨੇਹਾ ਲੈ ਕੇ ਗਏ ਸਨ, ਕਹਿੰਦੇ ਗਿਆਨੀ ਜੀ, ਇਹਨਾਂ ਨੇ ਗਿਆਨੀ ਅਮਰੀਕ ਸਿੰਘ ਦੇ ਨਾਲ ਵਿਚਾਰ ਕੀਤੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਭਗਤਾਂ ਦੇ, ਸਾਰੇ ਹੀ ਗੁਰੂ ਸਾਹਿਬਾਨਾਂ ਦੇ, ਸਾਰਿਆਂ ਦੇ ਜਨਮ ਦਿਹਾੜੇ ਤੇ ਪ੍ਰਕਾਸ਼ ਪੁਰਬ ਮਨਾਉਂਦੀ ਹੈ। ਇੱਕ ਜਗ੍ਹਾ ਸ਼੍ਰੋਮਣੀ ਕਮੇਟੀ ਉਹ ਦਿਹਾੜਾ ਨਹੀਂ ਮਨਾਉਂਦੀ, ਉਹ ਕੀ ਹੈ, ਭੱਟ ਸਾਹਿਬਾਨਾਂ ਦਾ, ਉਹ ਵੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ ਦਰਜ ਹੈ। ਫਿਰ ਦਾਸ ਨੇ ਵੀ ਉਸ ਬਾਰੇ ਵਿਚਾਰ ਕੀਤੀ। ਕਈ ਸੱਜਣਾਂ ਨੂੰ ਸਾਡੇ ਸ਼੍ਰੋਮਣੀ ਕਮੇਟੀ ਵਿੱਚ ਜਿਹੜੇ ਵਿਦਵਾਨ ਸੱਜਣ, ਉਹਨਾਂ ਤੋਂ ਪੁੱਛਿਆ ਵੀ ਆਪਾਂ ਇਹ ਦਿਹਾੜਾ ਮਨਾ ਰਹੇ ਹਾਂ ਕਿ ਨਹੀਂ ਮਨਾ ਰਹੇ, ਪਰ ਜਿੱਥੋਂ ਤੱਕ ਪਤਾ ਲੱਗਿਆ ਵੀ ਇਹ ਦਿਹਾੜਾ ਨਹੀਂ ਮਨਾ ਰਿਹਾ। ਜੇ ਭੱਟਾਂ ਦੀ ਅੱਜ ਕੋਈ ਦਿਹਾੜਾ ਸ਼੍ਰੋਮਣੀ ਕਮੇਟੀ ਨਹੀਂ ਮਨਾ ਰਹੀ ਸੀ, ਉਹਦੇ ਵਿੱਚ ਭਾਈ ਮਹਿੰਦਰ ਸਿੰਘ ਤੇ ਗਿਆਨੀ ਅਮਰੀਕ ਸਿੰਘ ਇੰਡੀਆ 'ਚ ਆ ਕੇ ਗਰਾਊਂਡ ਲੈਵਲ ਤੇ 2 ਮਹੀਨੇ ਦੇ ਕਹਿ ਸਕਦਾ ਮੈਂ, ਘਰ ਘਰ ਜਾ ਕੇ ਪਹਾੜ ਬਰਾਦਰੀ, ਮੈਂ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਚਾਹੀਦਾ, ਨਾ ਹੀ ਬਰਾਦਰੀ ਨਾਲ ਜੋੜਨਾ ਚਾਹੀਦਾ, ਪਰ ਐਸੀ ਇਹਨਾਂ ਨੇ ਮਿਹਨਤ ਕੀਤੀ ਔਰ ਬੜੀ ਹਾਰਡ ਵਰਕ, ਰਾਤ ਦੇ 12 ਤੱਕ ਟਰੈਵਲ ਕਰਕੇ, ਜਿੰਨਾ ਕਿ ਦਾਸ ਵੀ ਸੀ ਇਹਨਾਂ ਦੇ ਨਾਲ ਉਸ ਵਿੱਚ ਸ਼ਾਮਲ ਹੋਇਆ। ਉਸ ਸਾਰੀ ਹੀ ਮੰਗ ਨੂੰ ਅਸੀਂ ਅਕਾਲ ਤਖਤ ਤੇ ਪਹੁੰਚਾਇਆ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਸ ਵੇਲੇ ਮੀਡੀਆ ਦੇ ਸਾਹਮਣੇ, ਜੋ PTC ਨਿਊਜ਼ ਪੰਜਾਬੀ 'ਤੇ ਚੱਲੀ, ਹੋਰ ਅਖਬਾਰਾਂ 'ਚ ਵੀ ਆਈ, ਵੀ ਇਸ ਜਿਹੜਾ ਆਪ ਜੀ ਨੇ ਸੰਗਤਾਂ ਨੇ ਇਹ ਦਿਹਾੜੇ ਬਾਰੇ ਕਿਹਾ ਹੈ, ਔਰ ਖ਼ਾਸ ਕਰਕੇ ਇੰਗਲੈਂਡ ਦੀਆਂ ਤਕਰੀਬਨ 35 ਗੁਰਦੁਆਰਿਆਂ ਦੇ ਇਹਨਾਂ ਨੇ ਸਾਨੂੰ ਜ਼ਿਕਰ ਕੀਤਾ ਸੀਗਾ, ਉਹਦੇ ਬਾਰੇ ਵੀ ਅਸੀਂ ਅਕਾਲ ਤਖਤ ਦੇ ਸਾਹਮਣੇ ਰੱਖਿਆ ਵੀ 35 ਗੁਰਦੁਆਰਿਆਂ ਦੀ ਸੰਗਤ ਵੱਲੋਂ ਇਹ ਮੰਗ ਹੈਗੀ ਤੇ ਇਸ ਨੂੰ ਮਨਾਇਆ ਜਾਵੇ। ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵਾਅਦਾ ਕੀਤਾ ਸੰਗਤ ਨਾਲ ਵੀ 15 ਸਤੰਬਰ ਨੂੰ ਜੋ ਇਹਨਾਂ ਨੇ ਦਿਨ ਦੱਸਿਆ ਵੀ ਉਸ ਨੂੰ ਜ਼ਰੂਰ ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਮਨਾਏਗੀ, ਪਰ ਦਾਸ ਇਹਨਾਂ ਨੂੰ ਇਹ ਕਿਹਾ ਵੀ ਇੱਕ ਵਾਰੀ ਮਨਾ ਕੇ ਇਸ ਨੂੰ ਬਸ ਨਾ ਕੀਤਾ ਜਾਵੇ, ਇਸ ਨੂੰ ਇਤਿਹਾਸ ਬਣਾਇਆ ਜਾਵੇ। ਸ਼੍ਰੋਮਣੀ ਕਮੇਟੀ ਜਦੋਂ ਵੀ ਆਉਣ ਵਾਲੇ ਸਮੇਂ 'ਚ ਬਾਕੀ ਜੇ ਆਪਣੇ ਲਿਟਰੇਚਰ ਆਏਗੀ, ਉਹਨਾਂ ਪੀੜ੍ਹੀ ਦਰ ਸਾਡੀ ਇਹ ਸਾਰੇ ਵਿੱਚ ਉਹਦੇ ਵਿੱਚ ਲਿਖਿਆ ਜਾਵੇ, ਹਰੇਕ ਕੈਲੰਡਰਾਂ ਵਿੱਚ ਆਵੇ, ਜੰਤਰੀ 'ਚ ਛਪੇ, ਇਹਨੂੰ ਲਿਖਤੀ ਰੂਪ ਤੇ ਕਾਨੂੰਨ ਬਣਾਇਆ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਦੇ ਵਿੱਚ ਲਿਆਇਆ ਜਾਵੇ। ਜਦੋਂ ਸਿੰਘ ਸਾਹਿਬ ਜੀ ਇੱਥੇ ਆਏ, ਅੱਜ ਵੀ ਮੇਰੇ ਆਉਂਦੇ ਰਸਤੇ 'ਚ ਮੈਂ ਗੱਡੀ 'ਚ ਉਹਨਾਂ ਨਾਲ ਕੀਤੀ ਸੀ, ਮੈਂ ਕਿਹਾ ਜੀ ਉੱਥੇ ਸੰਗਤ ਬੈਠੀ ਹੋਣੀ ਹੈ, ਚੈਨਲ ਵਾਲੇ ਸੱਜਣ ਸਾਹਮਣੇ ਬੈਠੇ ਹੋਣੇ, ਮੈਨੂੰ ਦੱਸੋ ਮੈਂ ਉਹਨਾਂ ਨੂੰ ਕੀ ਉੱਤਰ ਦਿਆਂ। ਪਰ ਉਹਨਾਂ ਨੇ ਜੋ ਮੈਨੂੰ ਉੱਤਰ ਦਿੱਤਾ ਸੀ ਉਹ ਮੈਂ ਆਪ ਜੀ ਦੇ ਸਾਹਮਣੇ ਸਾਂਝਾ ਕਰ ਦੇਣਾ ਵੀ ਸਾਡੇ ਵੱਲੋਂ ਸਾਰੀ ਸੰਗਤ ਨੂੰ ਹਾਂ ਹੀ ਕਿਉਂ, ਕੁਝ ਸਮੇਂ 'ਚ ਨਗਰ ਕੀਰਤਨ ਜਿਹੜੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਏ ਨੇ ਜਾਂ ਹੋਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਵਿੱਚ ਆ ਰਹੇ ਨੇ, ਤੇ ਤਕਰੀਬਨ ਜਿੰਨਾ ਹੀ ਹੈ ਸਾਰਾ ਸਟਾਫ ਉਸ 'ਚ ਲੱਗਿਆ। ਰਾਤ ਦੇ 3 ਵਜੇ ਕੱਲ੍ਹ ਅਨੰਦਪੁਰ ਸਾਹਿਬ 'ਚ ਨਗਰ ਕੀਰਤਨ ਪਹੁੰਚਿਆ। ਗੁਰੂ ਪਿਆਰੀ ਸਾਧ ਸੰਗਤ, ਉੱਪਰੋਂ ਬਾਰਿਸ਼ ਪੈ ਰਹੀ ਸੀ ਤੇ ਸ਼ਾਮ ਦੀ ਸੰਗਤ ਖੜੀ ਸੀ, ਰਾਤ ਦੇ 3 ਵਜੇ ਸਨ।
ਫਿਰ ਵੀ ਕਿਹਾ ਗੁਰੂ ਨਾਨਕ ਦੇ ਪਿੰਡ ਤੋਂ, ਗੁਰੂ ਸਾਹਿਬ ਜੀ ਦੇ ਜਨਮ ਸਥਾਨ ਤੋਂ ਨਗਰ ਕੀਰਤਨ ਆ ਰਿਹਾ ਹੈ, ਬਾਰਿਸ਼ ਦੀ ਸੰਗਤ ਨੇ ਪਰਵਾਹ ਨਹੀਂ ਕੀਤੀ, ਸੰਗਤ ਭੇਜਦੀ ਰਹੀ, ਪਰ ਗੁਰੂ ਸਾਹਿਬ ਨੂੰ ਜੀ ਆਇਆਂ ਕਰਨ ਵਾਸਤੇ, ਗੁਰੂ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ ਜਾਗਦੀ ਰਹੀ। ਤੇ ਉਹ ਕਹਿੰਦੇ ਅਸੀਂ ਇਹਨਾਂ ਰੁਝੇਵਿਆਂ 'ਚ ਰੁਝੇ ਹਾਂ, ਥੋੜ੍ਹੇ ਹੀ ਦਿਨਾਂ ਵਿੱਚ ਅਸੀਂ ਇਹਨਾਂ ਤੁਹਾਨੂੰ ਉਹ ਜਿਹੜਾ ਮੰਗ ਪੱਤਰ ਦਾ ਸੀਗਾ ਉਸ ਦਾ ਰਿਜ਼ਲਟ ਆਪ ਜੀ ਨੂੰ ਚਿੱਠੀ ਉੱਤੇ ਸੰਗਤਾਂ ਨੂੰ ਜ਼ਰੂਰ ਭੇਜ ਦਿਆਂਗੇ। ਸਾਡੇ ਵੱਲੋਂ ਹਾਂ ਹੀ ਹੈ, 15 ਸਤੰਬਰ ਨੂੰ ਜ਼ਰੂਰ ਮਨਾਵਾਂਗੇ। ਤੇ ਜਿਮਦਾਸ ਨੇ ਨਾਲ ਇਹ ਵੀ ਕਹਿਤਾ ਸੀ, ਇੰਗਲੈਂਡ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸਿੱਖ ਸੰਗਤਾਂ ਉਸ ਵਿੱਚ ਸ਼ਾਮਲ ਹੋਣੀਆਂ ਚਾਹੁੰਦੀਆਂ। ਦੱਸੋ ਸਿੰਘ ਸਾਹਿਬ ਜੀ, ਅਸੀਂ ਉਹਨਾਂ ਦੀ ਟਿਕਟ ਬੁੱਕ ਕਰਾਉਣ ਬਾਰੇ ਹਾਂ ਕਰੀਏ ਜਾਂ ਨਾ ਕਰੀਏ? ਪਰ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਉਹ ਜੀ ਸਦਕੇ ਆਪਣੀ ਟਿਕਟ ਕਰਾ ਸਕਦੇ ਨੇ। ਅਸੀਂ 15 ਸਤੰਬਰ ਨੂੰ ਜ਼ਰੂਰ ਮਨਾਵਾਂਗੇ। ਜੋ ਸਿੰਘ ਸਾਹਿਬ ਜੀ ਨਾਲ ਵਿਚਾਰ ਵਟਾਂਦਰਾ ਹੋਇਆ, ਮੈਂ ਉਸ ਆਪ ਜੀ ਦੇ ਸਾਹਮਣੇ ਰੱਖਤਾ ਹੈ। ਜਿਨ੍ਹਾਂ ਦਾਸ ਤੋਂ ਹੋਰ ਹੋ ਸਕਿਆ ਇਸ ਕੌਮ ਦੀ ਸੇਵਾ ਕਰਾਂਗੇ। ਇਹ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ, ਸਤਿਗੁਰੂ ਆਪਣੀ ਦਰਦੀ ਆਪ ਹੀ ਸੇਵਾ ਲੈ ਲੈਣਾ। ਫਿਰ ਦੁਬਾਰੇ ਭਾਈ ਵਲੈਤੀ ਸਿੰਘ ਤੇ ਸਮੂਹ ਪਰਿਵਾਰ ਦਾ, ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਪੰਜ ਪਿਆਰੇ ਸਾਹਿਬਾਨਾਂ ਨੂੰ ਸਿਰ ਝੁਕਾਉਂਦਾ ਹੈ ਅਤੇ ਗਿਆਨੀ ਹਾਕਮ ਸਿੰਘ ਜੀ ਨਾਲ ਦਾ ਖਾਸ ਕਰਕੇ ਸਤਿਕਾਰ ਕਰਦਾ ਹੋਇਆ ਸਾਰੀਆਂ ਸੰਗਤਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹੈ। ਆਪ ਜੀ ਨੇ ਸੁਣ ਹੀ ਲਿਆ ਹੈ ਕਿ ਇਹਨਾਂ ਦੀ ਮਿਹਨਤ ਦਾ ਸਦਕਾ ਇਹ ਜਿਹੜੀ ਚਿੱਠੀ ਹੈ ਸਾਨੂੰ ਜਲਦੀ ਮਿਲ ਰਹੀ ਹੈ। ਹੋ ਸਕਦਾ ਨਾਮ ਹੀ ਮਿਲਦੀ, ਹੋ ਸਕਦਾ ਬਹੁਤ ਦੇਰ ਲੱਗ ਜਾਂਦੀ। ਸੋ ਮੈਂ ਖਾਸ ਕਰਕੇ ਗਿਆਨੀ ਹਾਕਮ ਸਿੰਘ ਜੀ ਦਾ ਪੰਜਾਂ ਪਿਆਰਿਆਂ ਜੀ ਆਇਆਂ ਕਹਿੰਦਾ ਹੋਇਆ ਬਹੁਤ ਸਤਿਕਾਰ ਕਰਦਾ ਹਾਂ। ਅਤੇ ਸਾਡੇ ਵੱਲੋਂ ਤੁੱਛ ਇੱਕ ਭੇਟ ਹੈਗੀ ਏ, ਇਹ ਹੈਗੀ ਜਿਹੜੀ ਸਾਡੀ ਸੰਸਥਾ ਬਣੀ ਹੋਈ ਹੈ, ਪਾਠ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਹੈ। ਮੈਨੂੰ ਆਸ ਹੈ ਵੀ ਇਸ ਨੂੰ ਜ਼ਰੂਰ ਪ੍ਰਵਾਨ ਕਰ ਲੈਣਗੇ। ਦੁਬਾਰਾ ਆਏ ਸਿੰਘ ਸਾਹਿਬਾਨਾਂ ਦਾ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹਨਾਂ ਦੇ ਦਰਸ਼ਨ ਹੁੰਦੇ ਰਹਿਣ ਅਤੇ ਗਾਏ ਬਗਾਏ ਜਦੋਂ ਵੀ ਸੰਗਤਾਂ ਉੱਥੇ ਜਾਂਦੀਆਂ ਹਨ, ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਇੱਥੇ ਇਹਨਾਂ ਦਾ ਸਤਿਕਾਰ ਕੀਤਾ ਹੈ ਉੱਥੇ ਵੀ ਜਾ ਕੇ ਸਤਿਕਾਰ ਕਰੀਏ। ਅਤੇ 15 ਸਤੰਬਰ ਨੂੰ ਜਿਹੜਾ ਦਿਹਾੜਾ ਮਨਾਉਣਾ ਹੈ, ਅਸੀਂ ਸਾਰੇ ਹੀ ਰਲ ਮਿਲ ਕੇ ਇੱਥੇ ਪਰਿਵਾਰ ਸਮੇਤ ਉੱਥੇ ਪਹੁੰਚੀਏ ਅਤੇ ਉਹ ਦਿਹਾੜਾ ਗੱਜ ਵੱਜ ਕੇ ਮਨਾਈਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਇੱਥੇ ਪੱਤਰਕਾਰ ਸੰਧੂ ਸਾਹਿਬ ਪਹੁੰਚੇ ਹੋਏ ਹਨ। ਉਹ ਚਾਹੁੰਦੇ ਹਨ ਵੀ ਆਏ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਾਂ ਅਤੇ ਸੰਗਤ ਦੇ ਦਰਸ਼ਨ ਆਪਣੇ ਵਿਚਾਰ ਇੱਕ ਅੱਧੇ ਮਿੰਟ ਵਾਸਤੇ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਵਾਰਸੋ, ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਭ ਤੋਂ ਪਹਿਲਾਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਅੱਜ ਡਿਗਵਾ ਪਰਿਵਾਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਖਾਲਸੇ ਦੀ ਸਿਰਜਣਾ ਹੋਈ, ਜਿਸ ਧਰਤੀ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਤੇ ਖਾਲਸਾ ਪੰਥ ਦੇ ਬਾਨੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਧਰਤੀ ਨੂੰ ਇੱਕ ਮਹਾਨ ਧਰਤੀ ਬਣਾ ਕੇ ਉਸ ਜਗ੍ਹਾ 'ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸਾ ਪੰਥ ਹਮੇਸ਼ਾ ਹੀ ਜਿੱਤਾਂ ਦਾ ਮੋਹਰੀ ਰਿਹਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਇਹ ਪੰਜਾਬ ਅੰਦਰ ਸਿੱਖੀ ਸ਼ਰਧਾ ਔਰ ਸਾਧਾਂ ਦੇ ਡੇਰੇ ਹੋਣ ਕਾਰਨ ਕੌਮ ਨੂੰ ਬੜਾ ਪਿਛਾਤਲ ਅਤੇ ਬੜਾ ਰੋਸਮਈ ਜਜ਼ਬਾ ਪ੍ਰਦਾਨ ਕੀਤਾ ਗਿਆ। ਅੱਜ ਪੰਜਾਬ ਦਾ ਗੁਰਸਿੱਖ ਅੰਮ੍ਰਿਤ ਛਕਣ ਲਈ ਤਿਆਰ ਨਹੀਂ। ਅੱਜ ਪੰਜਾਬ ਦੇ ਗੁਰਸਿੱਖ ਔਰ ਪੰਜਾਬ ਅੰਦਰ ਜੋ ਡੇਰਾਵਾਦ ਔਰ ਕਿੰਨਾ ਪੰਜਾਬ ਦਾ ਪੁੱਤ 3 ਲੱਖ ਪਹਿਲਾਂ ਸ਼ਹੀਦ ਕੀਤਾ ਗਿਆ, ਔਰ ਉਸ ਤੋਂ ਬਾਅਦ ਅੱਜ ਤੱਕ ਵੀ ਇਹ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ। ਪੰਜਾਬ ਦੇ ਬੱਚੇ ਬਾਹਰ ਆ ਰਹੇ ਹਨ। ਸਾਨੂੰ ਇਸ ਗੱਲ ਦੀ ਮਹਾਨ ਖੁਸ਼ੀ ਹੈ ਕਿ ਅੱਜ ਜਿਹੜਾ ਸਾਡਾ ਪੰਜਾਬ ਹੈ
ਉਹ ਅੱਧੇ ਤੋਂ ਵੀ ਜ਼ਿਆਦਾ ਸਾਡੇ ਬੱਚੇ ਬਾਹਰ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ 'ਚ, ਔਰ ਉਹਨਾਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ। ਔਰ ਮੈਂ ਜਿੱਥੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਔਰ ਉੱਥੇ ਤਾਂ ਮੈਂ ਬਾਰ-ਬਾਰ ਜਾਣਾ, ਬਾਰ-ਬਾਰ ਨਤਮਸਤਕ ਹੁੰਦਾ। ਸਾਡੇ ਪਿਤਾ ਜੀ ਜਥੇਦਾਰ ਸਾਹਿਬ ਸਰਦਾਰ ਉਜਾਗਰ ਸਿੰਘ ਜੀ, ਉਹ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹੇ। ਸਰਦਾਰ ਅਮਰ ਸਿੰਘ ਦੋਸਾਂਝ, ਬਹੁਤੇ ਬੰਦਿਆਂ ਨੇ ਤਾਂ ਉਹਨਾਂ ਦਾ ਨਾਂ ਹੀ ਨਹੀਂ ਸੁਣਿਆ। ਅਤੇ ਉਹ ਮੈਂ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮਹਾਲੋਂ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ, ਔਰ ਸਾਰੇ ਸਿੰਘ ਸਾਹਿਬਾਨ, ਔਰ ਉਸ ਧਰਤੀ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ। ਮੈਂ ਸਾਲ ਵਿੱਚ 3 ਵਾਰੀ ਅਨੰਦਪੁਰ ਸਾਹਿਬ ਜਾਣਾ, 3 ਵਾਰੀ, ਔਰ ਸਾਰਾ ਸਟਾਫ ਮੇਰਾ ਮਿੱਤਰ ਹੈ, ਕੋਈ ਜਿੰਨੇ ਵੀ ਆ, ਮੈਨੇਜਰ ਤੋਂ ਲੈ ਕੇ ਥੱਲੇ ਤੱਕ। ਅਤੇ ਇੱਥੇ 45 ਸਾਲ ਹੋ ਗਏ ਆ ਜਰਨਲਿਜ਼ਮ ਕਰਦੇ ਆ। ਅਤੇ ਮੈਂ ਇਹਨਾਂ ਦਾ, ਆਪਣੇ ਭਾਈ ਸਾਹਿਬ ਦਾ, ਜਿਨ੍ਹਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਇੰਗਲੈਂਡ ਅੰਦਰ, ਸਰਦਾਰ ਬਲੈਤੀ ਸਿੰਘ ਦਿਗਵਾ ਜੀ, ਬੀਬੀ ਗੁਰਮੀਤ ਕੌਰ ਦਿਗਵਾ, ਸਾਰੇ ਪਰਿਵਾਰ ਦਾ ਮੈਂ ਰਿਣੀ ਹਾਂ। ਔਰ ਇਹਨਾਂ ਦੀ ਬੜੀ ਦੇਣ ਆ ਇੰਗਲੈਂਡ ਅੰਦਰ ਸਿੱਖ ਧਰਮ ਦੇ ਪ੍ਰਚਾਰ ਲਈ। ਮੈਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਏ ਹੋਏ ਪੰਜਾਂ ਪਿਆਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਖੁਸ਼ ਆਮਦੀਦ ਕਹਿੰਦਾ ਹਾਂ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ ਕਿ ਸਰਦਾਰ ਬਲੈਤੀ ਸਿੰਘ ਜੀ ਸਾਡੇ ਪਿੱਛੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਵੀ ਰਹਿ ਚੁੱਕੇ ਹਨ, ਅਤੇ ਸਾਡੀ ਜਿਹੜੀ ਭਾਰਤ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਖਾਸ ਮੈਂਬਰ ਵੀ ਹਨ। ਖਾਸ ਮੈਂਬਰ ਵੀ ਸਾਡੇ ਸਲਾਹਕਾਰ ਵੀ ਹਨ। ਇਹ ਜੋ ਚੈਨਲ ਦੀ ਰਿਕਾਰਡਿੰਗ ਹੋ ਰਹੀ ਹੈ, ਬਲ ਸਾਹਿਬ ਦਵਿੰਦਰ ਸਿੰਘ ਜੀ ਬਲ, ਇਹ ਸਾਡੇ ਕੋਲ ਆਏ ਹੋਏ ਹਨ। ਇਹਨਾਂ ਦੀ ਖੁਆਇਸ਼ ਹੈ ਕਿ ਜਿਹੜੀਆਂ ਸੇਵਾਵਾਂ ਸਰਦਾਰ ਬਲੈਤੀ ਸਿੰਘ ਨੇ ਇਸ ਸਿੱਖ ਚੈਨਲ ਵਾਸਤੇ ਕੀਤੀਆਂ ਹਨ, ਉਹਦੇ ਵਾਸਤੇ ਇਹਨਾਂ ਦਾ ਸਤਿਕਾਰ ਕੀਤਾ ਜਾਵੇ। ਅਤੇ ਇਹ ਚਾਹੁੰਦੇ ਹਨ ਪੰਜ ਪਿਆਰੇ ਸਾਹਿਬਾਨ ਜਿਹੜੇ ਆਏ ਹੋਏ ਹਨ, ਉਹਨਾਂ ਕੋਲੋਂ ਇਹਨਾਂ ਦਾ ਸਤਿਕਾਰ ਉਹਨਾਂ ਨੂੰ ਦਵਾਇਆ ਜਾਵੇ। ਸੋ ਮੈਂ ਬੇਨਤੀ ਕਰਾਂਗਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਜ਼ਰੂਰੀ, ਅਸੀਂ ਚਾਹੁੰਦੇ ਸੀ ਵੀ ਜਿਹੜੇ ਕਾਰਜ ਪੀਟਰ ਸਿੰਘ ਨੇ ਟਿਕਵਾ ਸਾਹਿਬ ਨੇ ਕੀਤੇ, ਸਾਰੀ ਇੰਗਲੈਂਡ ਵਾਸਤੇ ਗੁਰਦੁਆਰੇ ਸਾਹਿਬ ਦੀ ਸੇਵਾ ਕੀਤੀਆਂ, ਸਿੱਖਣ ਦੀ ਸੇਵਾ ਕੀਤੀਆਂ, ਇਹ ਸਨਮਾਨਿਤ ਹੋਣਾ ਚਾਹੀਦਾ ਪੰਜ ਪਿਆਰਿਆਂ ਤੋਂ। ਤੁਸੀਂ ਖਾਸ ਕਰਕੇ ਇਹਨਾਂ ਦੇ ਘਰ ਆ ਕੇ ਚੰਨ ਪਾਏ, ਬਹੁਤ ਖੁਸ਼ੀ ਹੋਈ ਸਾਨੂੰ, ਬਹੁਤ ਖੁਸ਼ੀ ਹੈਗੀ ਵੀ ਇਸ ਪਰਿਵਾਰ 'ਤੇ ਤੁਸੀਂ ਇਸ ਤਰ੍ਹਾਂ ਹੀ ਅਰਦਾਸ ਹੈਗੀ, ਇਸ ਤਰ੍ਹਾਂ ਹੀ ਸੇਵਾ ਕਰਨ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਸਭ ਤੇਰੀ ਕੁਦਰਤ